Please subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਵੈਲਕਮ ਟੂ ਦ ਮਨਦੀਪ ਕੌਰ ਸਿੱਧੂ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਪ੍ਰਦੀਪ ਸ਼ਰਮਾ ਜੀ। ਕਨਸੈਪਟ ਫੈਕਟਰੀ ਨਾਮ ਦੀ ਕੰਪਨੀ ਇਹ ਰਨ ਕਰਦੇ ਨੇ। ਹੀ ਇਜ਼ ਦ ਮੈਨੇਜਿੰਗ ਪਾਰਟਨਰ and he's having over 30 years of experience of sales and marketing ਤੇ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਜਿਹੜੀ ਕਿ ਇਹਨਾਂ ਨੇ ਜੌਬਸ ਕੀਤੀਆਂ ਨੇ and he is a successful entrepreneur currently। ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਕਸੈਸਫੁਲ entrepreneurs ਆ ਉਹਨਾਂ ਦੀਆਂ ਜਰਨੀਜ਼ ਅਸੀਂ ਸ਼ੇਅਰ ਕਰੀਏ, ਬਟ ਇਹ ਐਪੀਸੋਡ ਜੇ ਮੈਂ ਗੱਲ ਕਰਾਂ ਤੇ ਖਾਸ ਕਰਕੇ ਅੱਜ ਅਸੀਂ ਸੇਲਸ ਐਂਡ ਮਾਰਕੀਟਿੰਗ ਦੀ ਗੱਲ ਕਰਾਂਗੇ, ਸੇਲਸ ਐਜ਼ ਅ ਪ੍ਰੋਫੈਸ਼ਨ ਦੀ ਗੱਲ ਕਰਾਂਗੇ, ਸੇਲਸ ਐਥਿਕਸ ਦੀ ਗੱਲ ਕਰਾਂਗੇ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸੇਲਸ ਦੀ ਜੌਬ ਮੈਂ ਕਹਾਂਗੀ ਕਿ ਡਰ ਲੱਗਦਾ ਹੈ। ਸੋ ਪ੍ਰਦੀਪ ਸ਼ਰਮਾ ਜੀ, ਵੈਲਕਮ ਟੂ ਦ ਸ਼ੋ। ਥੈਂਕ ਯੂ ਮੈਮ। ਸਭ ਤੋਂ ਪਹਿਲਾਂ ਤੇ ਅਸੀਂ ਤੁਹਾਡੇ ਬਾਰੇ ਜਾਣਾਂਗੇ ਕਿ ਫਰਮ ਵਿਚ ਪਲੇਸ you belong ਤੇ ਕਿਸ ਤਰ੍ਹਾਂ ਦਾ ਤੁਹਾਡਾ ਬਚਪਨ ਰਿਹਾ। ਮੈਮ ਮੈਂ ਵੈਸੇ ਹਿਮਾਚਲ ਤੋਂ ਬਿਲੋਂਗ ਕਰਦਾ। ਮੇਰੀ ਅਪਬ੍ਰਿੰਗਿੰਗ ਜਿਹੜੀ ਹੈ ਹੁਸ਼ਿਆਰਪੁਰ ਤੋਂ ਹੋਈ ਹੈ ਜੀ। 8ਵੀਂ ਤੱਕ ਮੈਂ ਪ੍ਰਾਈਵੇਟ ਸਕੂਲ 'ਚ ਪੜ੍ਹਿਆ। ਫੈਮਿਲੀ ਦੇ ਵਿੱਚ ਮੇਰੇ ਫਾਦਰ ਦਾ ਕਮਿਸ਼ਨ ਏਜੰਸੀ ਦਾ ਬਿਜ਼ਨਸ ਸੀ। ਪਰਿਵਾਰ ਦੇ ਵਿੱਚ ਅਸੀਂ 3 ਬ੍ਰਦਰ ਹੈ, ਮੈਂ ਸਭ ਤੋਂ ਵੱਡਾ। ਬਿਜ਼ਨਸ ਕੋਈ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਸੀ ਫਾਦਰ ਦਾ, ਇਸ ਕਰਕੇ ਕਿਸ ਤਰ੍ਹਾਂ ਮੈਂ ਉਹਨਾਂ ਨੂੰ ਯੋਗਦਾਨ ਦੇਵਾਂ ਬਿਜ਼ਨਸ ਦੇ ਵਿੱਚ, ਨਾਲ ਨਾਲ ਆਪਣੀ ਪੜ੍ਹਾਈ ਅੱਗੇ ਕੈਰੀ ਕਰ ਸਕਾਂ, ਨਾਲ ਨਾਲ ਛੋਟੇ ਫੈਮਿਲੀ ਦੇ ਬ੍ਰਦਰਸ ਨੂੰ ਵੀ ਗਾਈਡ ਕਰ ਸਕਾਂ। 8ਵੀਂ ਤੱਕ ਪ੍ਰਾਈਵੇਟ ਸਕੂਲ ਵਿਦਿਆ ਮੰਦਰ ਹੁਸ਼ਿਆਰਪੁਰ ਹੈ, ਉੱਥੇ ਪੜ੍ਹਿਆ ਜੀ। ਉਸ ਤੋਂ ਬਾਅਦ 9ਵੀਂ 10ਵੀਂ ਸਰਕਾਰੀ ਹਾਈ ਸਕੂਲ ਘੰਟਾਘਰ ਹੁਸ਼ਿਆਰਪੁਰ। 10th ਦੇ ਵਿੱਚ 78% ਮਾਰਕਸ ਆਏ ਸੀ ਔਰ ਮੈਂ 10th ਕੀਤੀ ਸੀ 1985 ਦੇ ਵਿੱਚ। ਤੇ 84-85 ਦੇ ਵਿੱਚ ਜੋ ਮੌਜੂਦਾ ਹਾਲਾਤ ਸੀਗੇ, ਪਾਪਾ ਜੀ ਨੇ ਕਿਹਾ, ਮੈਂ ਕਿਹਾ ਜੀ ਤੁਸੀਂ ਮੈਨੂੰ ਜਿਹੜੀ ਲਾਈਨ ਲੈ ਦਿਓਗੇ ਮੈਂ ਪੜ੍ਹ ਲਾਂਗਾ, ਮਿਹਨਤ ਕਰਨੀ ਹੈ। ਕਹਿੰਦੇ ਮੈਂ ਕਿਹਾ ਜੀ ਮੈਂ ਪੋਲੀਟੈਕਨਿਕ ਕਰ ਲੈਣਾ। ਮੈਰਿਟ ਦੇ ਵਿੱਚ ਮੇਰਾ ਨੰਬਰ ਨਹੀਂ ਆਇਆ। GR ਪੋਲੀਟੈਕਨਿਕ ਹੁਸ਼ਿਆਰਪੁਰ ਦੇ ਵਿੱਚ ਸੀ। ਮੈਰਿਟ ਦੇ ਵਿੱਚ ਤੇ ਉਦੋਂ ਐਡਮਿਸ਼ਨ ਹੁੰਦੀਆਂ ਸੀਗੀਆਂ, ਤੇ ਜਦੋਂ ਨਹੀਂ ਆਇਆ ਤਾਂ ਫਿਰ ਹੁਣ ਦੱਸੋ ਕਿੱਥੇ ਜਾਈਏ। 11ਵੀਂ ਚ ਆਰਟਸ ਦੇ ਨਾਲ ਮੈਂ ਸਬਜੈਕਟ SD ਕਾਲਜ ਹੁਸ਼ਿਆਰਪੁਰ ਚ ਐਡਮਿਸ਼ਨ ਲਿੱਤੀ। ਉਹਦੇ ਚ ਮੈਨੂੰ ਨੰਬਰ ਸ਼ਾਇਦ ਸੈਕੰਡ ਡਿਵੀਜ਼ਨ ਸੀ, 57-58% ਮਾਰਕਸ ਮੇਰੇ ਆਏ। ਫਿਰ ਮੈਂ BCom ਆਨਰਸ ਮਿਹਨਤ ਕੀਤੀ ਔਰ BCom ਦੇ ਵਿੱਚ ਮੇਰੀ ਪਾਸ ਦੇ ਵਿੱਚ ਫਸਟ ਡਿਵੀਜ਼ਨ ਲਈ, ਔਰ ਜਿਹੜੀ ਆਨਰ ਸੀ ਮੇਰੀ ਕਾਸਟ ਅਕਾਊਂਟਿੰਗ ਦੇ ਵਿੱਚ ਸੀ, ਉਹਦੇ ਚ ਡਿਸਟਿੰਕਸ਼ਨ ਆਈ 73 ਜਾਂ 74% ਮਾਰਕਸ ਸੀ। ਉਸ ਤੋਂ ਬਾਅਦ BCom ਇਸ ਕਰਕੇ ਪੜ੍ਹਾਈ ਕੀਤੀ ਵੀ ਚਲੋ ਫਾਦਰ ਦਾ ਬਿਜ਼ਨਸ ਹੈ, ਉਹਨਾਂ ਨੂੰ ਮੈਂ ਨਾਲ ਬਿਜ਼ਨਸ ਦੀ ਪੜ੍ਹਾਈ ਹੈ ਥੋੜਾ ਬਹੁਤ ਨੈਕਸਟ ਲੈਵਲ ਤੇ ਲੈ ਕੇ ਜਾਵਾਂ, ਪਰ ਬਿਜ਼ਨਸ ਸਪੋਰਟ ਨਹੀਂ ਕੀਤਾ। ਥੋੜਾ ਡੈਟ ਦੇ ਵਿੱਚ ਆ ਗਏ, ਘਰ ਦੇ ਵਿੱਚ ਪੈਸਾ ਆਵੇ ਉਹਦੇ ਲਈ ਮੈਂ ਅਲੱਗ ਕੰਮ ਕਰਦਾ। ਫਿਰ ਪੜ੍ਹਾਈ ਤੋਂ ਬਾਅਦ ਤੁਸੀਂ ਜੌਬ ਨੂੰ ਜੁਆਇਨ ਕੀਤਾ? ਜੌਬ ਮੈਂ ਦੱਸਦਾ। ਉਸ ਤੋਂ ਬਾਅਦ ਮੈਂ ਚਲਾ ਗਿਆ ਦਿੱਲੀ। ਮੇਰੇ ਇੱਕ ਅੰਕਲ ਰਹਿੰਦੇ ਹੁੰਦੇ, ਉਹਨਾਂ ਦਾ ਫਰੈਂਡ ਸਰਕਲ ਸੀਗੇ KT's ਫੂਡ ਪ੍ਰੀਜ਼ਰਵਰ ਦਿੱਲੀ ਦੇ ਵਿੱਚ। ਨਾ ਟਿਟਬਿਟਸ ਔਰ ਜਿਹੜੇ ਮਤਲਬ ਫੂਡ ਦੇ ਪ੍ਰੋਡਕਟ ਬਣਾਉਂਦੇ ਸੀ, ਉਹਨਾਂ ਦੇ ਮਿੱਤਰ ਸੀਗੇ, ਉਹਨਾਂ ਕੋਲ ਭੇਜਤਾ, ਕਹਿੰਦੇ ਮੁੰਡੇ ਨੂੰ ਰੱਖੋ ਤੁਸੀਂ ਕੰਮ ਤੇ। ਤੇ ਜਦੋਂ ਮੈਂ ਉਹ ਗਿਆ, ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਜੀ ਸੈਲਰੀ ਬੇਟਾ ਤੈਨੂੰ ਕਿੰਨੀ ਦੇਈਏ? ਮੈਂ ਕਿਹਾ ਜੀ ਮੈਂ ਸੈਲਰੀ ਲਈ ਕੰਮ ਕਰਨ ਨਹੀਂ ਆਇਆ, ਮੈਂ ਤਾਂ ਕੰਮ ਕਰਨ ਲਈ ਕੰਮ ਆਇਆ। ਤੇ ਉਹਨਾਂ ਨੇ ਮੇਰੀ ਤਨਖਾਹ 600 ਰੁਪਏ ਮੁਕਰਰ ਕੀਤੀ। ਇਹ ਗੱਲ ਹੈਗੀ 1990। ਐਕਚੁਅਲੀ ਮਨ ਦੇ ਵਿੱਚ ਇਹ ਸੀ ਮੈਂ ਕੰਮ ਸਿੱਖ, ਕਿਉਂਕਿ ਜਿਹੜੀ ਪੜ੍ਹਾਈ ਦੇ ਤੁਹਾਡੇ ਥਿਓਰੈਟੀਕਲ ਨੌਲੇਜ ਹੁੰਦੀ ਹੈ, ਜਦੋਂ ਤੁਸੀਂ ਗਰਾਊਂਡ ਤੇ ਜਾਂਦੇ ਹੋ ਆਪਾਂ ਪੜ੍ਹੀਆਂ ਨਹੀਂ ਹੁੰਦੀਆਂ, ਉਹ ਜਾ ਕੇ ਬੰਦਾ ਸਿੱਖਦਾ ਫੀਲਡ। 600 ਰੁਪਏ ਤੋਂ ਮੈਂ ਆਪਣੀ ਕੈਰੀਅਰ ਦੀ ਜਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਨਾਲ ਮੈਂ ਗਵਰਨਮੈਂਟ ਦੇ, ਜਿੱਦਾਂ ਹਰੇਕ ਬੱਚਾ ਸੋਚਦਾ ਵੀ ਐਗਜ਼ਾਮ ਲਿਖਣੇ ਸ਼ੁਰੂ ਕੀਤੇ। 600 ਤੋਂ ਬਾਅਦ ਫਿਰ ਇੱਕ ਹੋਰ ਨੈਕਸਟ ਜੌਬ ਕਿਤੇ ਮੈਨੂੰ ਮਿਲੀ। ਉਹਦਾ ਫਰਮ ਦਾ ਨਾਮ ਸੀ ਨਟਰਾਜ ਵੀਨੀਅਰਸ ਪ੍ਰਾਈਵੇਟ ਲਿਮਿਟਡ। ਹਜੇ ਮੈਨੂੰ ਯਾਦ ਹੈ ਫਰਮ ਦਾ। ਇਹ ਚੀਜ਼ ਦਾ ਦੱਸਣ ਦਾ ਇਸ ਮਤਲਬ ਮੈਂ ਤੁਹਾਨੂੰ ਜਿਹੜੇ ਫੈਕਟ ਦੱਸ ਰਿਹਾ, ਸੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਯਾਦ ਨਹੀਂ ਰੱਖਣੀ ਪੈਂਦੀ। ਜਿਹੜੀ ਸ਼ੁਰੂਆਤੀ ਹੁੰਦਾ ਉਹ ਤੇ ਵੈਸੇ ਨਹੀਂ ਭੁੱਲਦਾ, ਫਰਸਟ ਜੌਬ ਆ, ਸੈਕੰਡ ਜੌਬ ਆ। ਮੈਂ ਤੁਹਾਨੂੰ ਦੱਸਾਂ ਮੇਰਾ ਜ਼ਿੰਦਗੀ ਦੀ ਨਿਚੋੜ ਹੈ ਵੀ ਹਮੇਸ਼ਾ ਬੀ ਟਰੂ ਟੂ ਯੋਰਸੈਲਫ, ਤੇ ਤੁਹਾਨੂੰ ਕੁਝ ਦਿੱਕਤ ਨਹੀਂ। ਨਟਰਾਜ ਤੋਂ ਤੁਸੀਂ ਕਿੱਥੇ ਗਏ? ਨਟਰਾਜ ਵੀਨੀਅਰ ਤੋਂ ਬਾਅਦ ਦੀ ਐਡ ਨਿਕਲੀ, ਪੇਪਰ ਦੇ ਵਿੱਚ ਪੜ੍ਹਦਾ ਹੁੰਦਾ ਸੀ ਨਾਲ, ਤੇ ਗੋਦਰੇਜ ਸੋਪਸ ਲਿਮਟਿਡ ਆਸਫ ਅਲੀ ਰੋਡ ਦੇ ਵਿੱਚ ਵੈਕੈਂਸੀ ਨਿਕਲੀ ਸੀ ਅਕਾਊਂਟਸ ਕਲਰਕ ਦੀਆਂ। ਇਹ 91 ਦੀ ਗੱਲ ਹੈ। ਜਿਹੜੀ ਅਕਾਊਂਟਸ ਕਲਰਕ ਦੀ ਵੀ ਤਦ ਦੇ ਵਿੱਚ ਗੋਦਰੇਜ ਗਰੁੱਪ ਦੇ ਵਿੱਚ ਐਂਟਰੀ ਲੈਣੀ ਜਿਹੜੀ ਇੰਨੀ ਆਸਾਨ ਨਹੀਂ ਸੀ ਹੁੰਦੀ। ਮੈਨੂੰ ਬੜਾ ਇਸ ਚੀਜ਼ ਦਾ ਮਾਣ ਹੈ ਵੀ ਤਦ ਗੋਦਰੇਜ ਗਰੁੱਪ ਦੇ ਵਿੱਚ ਅਕਾਊਂਟਸ ਕਲਰਕ ਲੈਵਲ ਦੇ ਬੰਦੇ ਦੀ ਸਿਲੈਕਸ਼ਨ ਜਿਹੜੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਮਿਸਟਰ ਆਦੀ ਗੋਦਰੇਜ ਹੈ, ਅੱਜ ਵੀ ਉਹ ਚੇਅਰਮੈਨ, ਤੇ ਉਹ ਫਾਈਨਲੀ ਲੁੱਕ ਕਰਦਾ ਸੀ ਕੈਂਡੀਡੇਟ ਨੂੰ ਵੀ ਦੇਖ ਕੇ। ਤਦ ਉਸ ਤੋਂ ਬਾਅਦ ਫਾਈਨਲ ਬੰਦਾ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ ਵੀ। ਯੈਸ, ਹਾਂ ਮਿਲਿਆ। ਉਸ ਸਾਹਮਣੇ ਮਤਲਬ ਬੇਸਿਕਲੀ ਜ਼ਿਆਦਾ ਤਾਂ ਨਹੀਂ, ਮੈਂ ਬਿਲਕੁਲ ਗ੍ਰੈਜੂਏਟ ਲੈਵਲ ਦਾ ਹੁੰਦਾ, ਐਡੀ ਵੱਡੀ ਕੰਪਨੀ ਜੁਆਇਨ ਕਰ ਰਿਹਾ, ਬਟ ਉਹਨਾਂ ਦਾ ਪ੍ਰੋਸੀਜਰ ਸੀਗਾ ਗੋਦਰੇਜ ਗਰੁੱਪ ਦਾ ਵੀ ਆਪਾਂ ਕੈਂਡੀਡੇਟ ਰੱਖਣਾ, ਮੈਂ ਦੇਖ ਕੇ ਰੱਖਣਾ। ਸੋ ਯੂ ਵਰ ਇਨ ਦਿੱਲੀ ਐਟ ਦੈਟ ਟਾਈਮ? ਆਸਫ ਅਲੀ ਰੋਡ ਤੇ ਮੇਰੀ ਮਤਲਬ ਜਿਹਨੂੰ ਕਹਿੰਦੇ ਨੇ ਕਾਰਪੋਰੇਟ ਵਿੱਚ ਪਹਿਲੀ ਜੌਬ ਸੀ ਐਜ਼ ਐਨ ਅਕਾਊਂਟਸ ਕਲਰਕ। ਮੈਨੂੰ ਦੱਸਦੇ ਆ ਬਿਲਕੁਲ ਸੰਗ ਨਹੀਂ ਆਂਦੀ। ਅਕਾਊਂਟਸ ਕਲਰਕ ਦੇ ਵਿੱਚ ਤਦ ਮੇਰੀ ਤਨਖਾਹ 4500 ਰੁਪਇਆ ਸੀ, ਔਰ ਮੇਰਾ ਇਨਕਮ ਟੈਕਸ ਕਰਦਾ, ਮੇਰੇ ਕੋਲ ਹਜਦੇ ਵੀ ਉਹਦੀਆਂ ਕਾਗਜ਼ ਜਿਹੜਾ ਮੈਂ ਇਨਕਮ ਟੈਕਸ ਕਰਦਾ। ਉਸੇ ਸਾਲ ਭਰ ਦੇ ਵਿੱਚ ਦੌਰਾਨ ਚ ਹੋਇਆ ਕਿ ਵੀ ਅਕਾਊਂਟਸ ਕਲਰਕ ਤੋਂ ਬਾਅਦ ਉਹਨਾਂ ਨੇ ਵੈਕੈਂਸੀਆਂ ਫਰੀਜ਼ ਕਰਦੇ ਰਾਈਟ ਸਾਈਜ਼ ਕਰਨਾ ਸੀ EMPLOYEES ਨੂੰ। ਸਾਨੂੰ ਅਕਾਊਂਟਸ ਆਫਿਸ ਸਟਾਫ ਤੋਂ ਬੁਲਾ ਕੇ ਪੁੱਛਿਆ ਵੀ ਹਾਂ ਜੀ ਤੁਹਾਡੇ ਵਿੱਚ
ਦੋ ਆਪਸ਼ਨ ਹੈਗੀਆਂ, ਜਾਂ ਤਾਂ ਤੁਸੀਂ ਦੂਸਰਾ ਡਿਪਾਰਟਮੈਂਟ ਚੇਂਜ ਕਰੋ ਜਾਂ ਐਗਜ਼ਿਟ ਲੈਣੀ ਪੈਗੀ ਤੁਹਾਨੂੰ ਜੌਬ। ਫਿਰ ਉਹਨੇ ਮੈਨੂੰ ਸੇਲਸ ਦੀ ਗੱਲ ਆਈ ਜਿਹੜੀ ਤੁਹਾਨੂੰ ਇੱਥੇ ਜਰਨੀ ਸ਼ੁਰੂ ਹੋਈ, ਕਹਿੰਦੇ ਤੁਹਾਨੂੰ ਨਾ ਇੱਕ ਆਪਸ਼ਨ ਦਿੰਨੇ ਆ ਤੁਸੀਂ ਸੇਲਸਮੈਨ ਕੰਜ਼ਿਊਮਰ ਪ੍ਰੋਡਕਟ ਦਾ ਡੈਜ਼ਿਗਨੇਸ਼ਨ ਹੈ। ਆਫਿਸ ਕੰਮ ਕਰਦਾ ਹੁੰਦਾ ਤੇ ਸੇਲਸ ਦਾ ਮੈਨੂੰ ਕੁਝ ਪਤਾ ਨਹੀਂ ਸੀ ਬਿਲਕੁਲ। ਫਿਰ ਮੈਨੂੰ ਜ਼ਿੰਮੇਵਾਰੀ ਮਿਲੀ ਸੇਲਸਮੈਨ ਕੰਜ਼ਿਊਮਰ ਪ੍ਰੋਡਕਟ, ਔਰ ਮੈਂ ਦੇਖਦਾ ਹੁੰਦਾ ਸੀ ਸੁਪਰ ਬਾਜ਼ਾਰ ਤੇ ਕੇਂਦਰੀ ਭੰਡਾਰ ਦਿੱਲੀ ਦੇ ਵਿੱਚ ਸਟੋਰ ਸੀਗੇ, ਇਹਨਾਂ ਨੂੰ ਸਰਵਿਸ ਕਰਨਾ। ਤੇ ਮੈਨੂੰ ਖੁਸ਼ੀ ਹੋਈ ਉਹਨੇ ਕੰਪਨੀ ਦੀ ਤਰਫ ਤੋਂ ਮੈਨੂੰ ਤਦ ਹੀਰੋ ਹੋਂਡਾ ਮੋਟਰਸਾਈਕਲ ਘੁੰਮਣ ਲਈ ਮਿਲਿਆ ਔਰ ਇੱਕ ਫ੍ਰੀडम ਸੇਲਸ ਦਾ ਸੀਗਾ ਤੇ ਉਹਦੇ ਚ ਮੈਂ ਜਾ ਕੇ ਸਟੋਰਸ ਤੇ ਮਿਲਣਾ ਤੇ ਅੱਛਾ ਲੱਗਿਆ ਮੈਨੂੰ ਉਹ ਚੀਜ਼। ਮਤਲਬ ਕਿ ਤੁਸੀਂ 90s ਦੀ ਸ਼ੁਰੂਆਤ 'ਚ ਮੋਟਰਸਾਈਕਲ ਚਲਾ ਲਿਆ ਹੋਵੇ ਕੰਪਨੀ ਵੱਲੋਂ। ਹੀਰੋ ਹੋਂਡਾ ਮੋਟਰਸਾਈਕਲ ਅਜੇ ਵੀ ਯਾਦ ਹੈ। ਤੇ ਉਸ ਤੋਂ ਬਾਅਦ ਕੀ ਹੈ, ਨਾਲ ਨਾਲ ਮੈਂ ਗਵਰਨਮੈਂਟ ਦੇ ਐਗਜ਼ਾਮ ਲਿਖਦਾ ਸੀ। ਤਕਰੀਬਨ 6 ਮਹੀਨੇ ਮੈਂ ਕੰਮ ਕੀਤਾ ਉੱਥੇ ਗੋਦਰੇਜ 'ਚ ਐਜ਼ ਅ ਸੇਲਸਮੈਨ। ਤੇ ਉਧਰ ਮੈਂ ਐਸਐਸਸੀ ਦਾ ਐਗਜ਼ਾਮ ਲਿਖਿਆ ਸੀ। ਮੈਰਿਟ ਦੇ ਵਿੱਚ ਮੇਰਾ ਨੰਬਰ ਦਿੱਲੀ ਪੁਲਿਸ ਦਾ ਨਹੀਂ ਆਇਆ, ਨਾ ਸੀਬੀਆਈ 'ਚ ਆਇਆ। ਮੇਰਾ ਜਿਹੜਾ ਉੱਥੇ ਅਕਾਊਂਟਸ ਦਾ ਜਿਹਨੂੰ ਮੈਂ ਰਿਪੋਰਟ ਕਰਦਾ ਸੀ ਉਹ ਕਹਿੰਦਾ ਨਾ ਜਾ ਗਵਰਨਮੈਂਟ ਜੌਬ 'ਚ, ਇਹ ਵਧੀਆ ਮੌਕਾ ਹੈ, ਕਿੱਥੇ ਪੜ੍ਹਨਾ ਫਿਰੇਗਾ। ਮੈਂ ਨਹੀਂ ਜੀ ਸਰਕਾਰੀ ਨੌਕਰੀ ਦਾ ਜਦੋਂ ਫੈਮਿਲੀ ਵਧੀਆ ਲੱਗੀ। ਔਰ ਘਰੋਂ ਤਿਆਰ ਹੋ ਕੇ ਉੱਥੇ ਪਹੁੰਚੇ, ਘਰੋਂ ਇਹ ਜੋਸ਼ ਲੈ ਕੇ ਗਏ ਆਈ ਅਫਸਰ ਸਿਲੈਕਟ ਹੋ ਗਏ। 2-3 ਬੈਗ ਬਣ ਗਏ ਤੇ ਉੱਥੇ ਲੈ ਗਏ। ਤੇ ਜਦੋਂ ਨਾ ਗਾਂਧੀ ਗੇਟ ਹੈ ਉੱਪਰ ਅਕੈਡਮੀ ਦੇ, ਉੱਥੇ ਬੱਸ ਚ ਉਤਰੇ, ਥੱਲੇ ਆਂਦੇ ਨਾ 3 ਕਿਲੋਮੀਟਰ ਅਕੈਡਮੀ ਹੈਗੀ ਹੈ। ਮੈਂ ਕਿਹਾ ਮੈਂ ਅਫਸਰ ਸਿਲੈਕਟ ਹੋਇਆ, ਮੈਨੂੰ ਕੋਈ ਲੈਣ ਆਏਗਾ। ਉੱਥੇ ਕਹਿੰਦੇ ਜੀ ਇਹ ਬੈਗ ਆਪਣੇ ਆਪ ਹੀ ਚੱਕੋ ਤੁਸੀਂ ਸਾਰੇ। ਘੱਟੋ ਘੱਟ ਵਜਨ ਹੋਣਾ ਮੇਰੇ ਹਿਸਾਬ 70-80 ਕਿਲੋ, ਮੇਰਾ ਵਜਨ ਹੋਏਗਾ 50 ਕਿਲੋ ਦੇ ਆਸ-ਪਾਸ। ਮੇਰੇ ਇੱਕ ਵਾਰੀ ਤਾਂ ਅੱਖਾਂ ਚੋਂ ਅਥਰੂ ਨਿਕਲ ਗਏ। ਮੈਂ ਕਿਹਾ ਇਹ ਕਿਹੜੇ ਕੰਮ ਚ ਫਸ ਗਏ। ਇੱਕ ਘਰੋਂ ਸਾਨੂੰ ਇਹ ਇੰਪ੍ਰੈਸ਼ਨ ਹੋਇਆ ਅਫਸਰ ਸਿਲੈਕਟ ਹੋਏ, ਸਾਨੂੰ ਅੱਛੇ ਢੰਗ ਨਾਲ ਟੀਚ। ਉਹ ਕਹਿੰਦੇ ਆਪੇ ਚੱਕੋ, ਹਜੇ ਤੁਸੀਂ ਅਫਸਰ ਬਣਨ ਆਏ ਹੋ, ਜਦੋਂ ਇੱਥੋਂ ਬਣ ਕੇ ਨਿਕਲ ਜਾਓਗੇ ਸਟਾਰ ਲੱਗ ਜਾਣਗੇ ਫਿਰ ਸਾਰੀਆਂ ਸਹੂਲਤਾਂ ਤੁਹਾਨੂੰ ਮਿਲਣਗੀਆਂ। ਠੀਕ ਹੈ ਜੀ। ਤੇ ਉਹ ਰੋਂਦੇ ਪਿੱਟਦੇ ਮੈਂ ਆਪਣੇ ਆਪ ਨੂੰ ਕੋਸਾਂ, ਪੇਰੈਂਟਸ ਨੂੰ ਕੋਸਾਂ, ਮੈਂ ਕਿਹੜੇ ਕੰਮ 'ਚ ਪੈ ਗਿਆ। ਉੱਥੇ ਮੈਂ 6 ਮਹੀਨੇ ਤੋਂ ਬਾਅਦ ਨਾ ਬ੍ਰੇਕ ਮਿਲਦੀ ਹੈ, ਬਾਹਰ ਤੁਸੀਂ ਜਾ ਨਹੀਂ ਸਕਦੇ। 6 ਮਹੀਨਿਆਂ 'ਚ ਇੰਨਾ ਕੁ ਰਗੜਾ ਪੱਟੀ ਹੋਈ, ਤੁਸੀਂ ਯਕੀਨ ਮੰਨਿਓ ਵੀ 45 ਕਿਲੋਮੀਟਰ ਆਪਣੇ ਘੱਟੋ ਘੱਟ ਵੀ 25 ਕਿਲੋ ਵਜਨ ਚੱਕ ਕੇ ਪਹਾੜੀ ਇਲਾਕੇ ਜਿੱਥੇ ਚੱਟਾਨਾਂ ਤੇ ਚੱਲਦੇ ਹੋਏ ਦੌੜ ਲਾਉਣ ਦੇ ਲਈ ਮੈਂ ਸક્ષਮ ਹੋ ਗਿਆ। 6 ਮਹੀਨੇ ਬਾਅਦ ਬ੍ਰੇਕ ਤੇ ਆਇਆ, ਘਰ ਆਇਆ, ਮੈਂ ਕਿਹਾ ਬਾਬੇ ਮੈਂ ਨਾ ਨੌਕਰੀ ਛੱਡ ਦੇਣੀ, ਮੈਂ ਨਹੀਂ ਕਰਨੀ। ਕਹਿੰਦੇ ਦੇਖ ਲੈ ਤੇਰਾ ਡਿਸੀਜਨ ਹੈ, ਕੰਮ ਚੱਲਦਾ, ਘਰ ਆ ਕੇ ਕੋਈ ਦੂਸਰਾ ਕੰਮ ਕਰਨਾ। ਰੈਜ਼ਿਗਨੇਸ਼ਨ ਪਾਤਾ। ਔਰ ਰੈਜ਼ਿਗਨੇਸ਼ਨ ਮੇਰਾ ਐਕਸੈਪਟ ਹੁੰਦਿਆਂ 9 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਦੋਂ ਤੁਹਾਡੇ ਸਟਾਰਸ ਲੱਗਦੇ ਆ, ਜਿਹਨੂੰ ਕਹਿੰਦੇ ਟਫੈਸਟ ਪਾਰਟ ਵੀ ਕੰਪਲੀਟ ਹੋ ਜਾਂਦਾ, ਤੇ ਉਹ ਹੋਣ ਤੋਂ ਬਾਅਦ ਮੇਰਾ ਰੈਜ਼ਿਗਨੇਸ਼ਨ ਐਕਸੈਪਟ ਹੋ ਗਿਆ। ਜਿਹੜੀ ਰੈਂਕ ਸੈਰਾਮਨੀ ਹੁੰਦੀ ਉਹ ਲੱਗਣੀ ਸੀ। ਉਸ ਤੋਂ ਬਾਅਦ ਰੈਜ਼ਿਗਨੇਸ਼ਨ ਐਕਸੈਪਟ ਹੋ ਗਿਆ, ਮੈਨੂੰ ਜਾਣਾ ਹੀ ਪੈਣਾ ਸੀ। ਅੱਛਾ ਮਜ਼ੇ ਦੀ ਗੱਲ, ਦੂਜੀ ਵਾਰੀ ਫਿਰ ਟੈਸਟ ਲਿਖਿਆ ਸੀਗਾ, ਉਹ ਦੂਜੀ ਵਾਰੀ ਫਿਰ ਸੀਆਰਪੀ 'ਚ ਨੰਬਰ ਆਇਆ। ਮੈਂ ਕਿਹਾ ਮੈਂ ਜਾਣਾ ਹੀ ਨਹੀਂ। ਫਿਰ ਪ੍ਰੋਬਲਮ ਵੀ ਮੌਕਾ ਮਿਲਿਆ ਸੀ, ਤੁਹਾਨੂੰ ਕਿਹਾ ਸੀਗਾ, ਨਹੀਂ ਕਿਹਾ ਸੀਗਾ, ਅਫਸਰ ਬਣ ਜਾਣਾ ਸੀਗਾ, ਛੱਡ ਕੇ ਆ ਗਏ, ਹੁਣ ਕੀ ਕਰੀ। ਵਪਾਰ ਸਾਡਾ ਹੋਰ ਥੋੜਾ ਜਿਹੜਾ ਥੱਲੇ ਨੂੰ ਜਾਂਦਾ ਰਿਹਾ ਦਿਨ ਬ ਦਿਨ। ਤੇ ਫਿਰ ਘਰ ਦੇ ਵਿੱਚ ਹਾਲਾਤ ਏਦਾਂ ਦੇ ਬਣੇ, ਤੁਸੀਂ ਯਕੀਨ ਕਰਿਓ ਵੀ ਰਾਸ਼ਨ ਦੀ ਦੁਕਾਨ ਤੋਂ ਨਾ ਰਾਸ਼ਨ ਲੈਣ ਜਾਣਾ ਤੇ ਮੈਂ ਬ੍ਰਦਰ ਨੂੰ ਕਹਿਣਾ ਤੂੰ ਲੈ ਕੇ ਆ, ਆਟਾ ਮੁੱਕ ਗਿਆ, ਉਹ ਮੈਨੂੰ ਕਵੇ, ਕਿਉਂਕਿ ਉਹਨੇ ਰਾਸ਼ਨ ਲਈ ਥੋੜੇ ਪੈਸੇ ਮੰਗਣੇ ਸੀ। ਦੁਬਾਰਾ ਤੋਂ ਮੈਂ ਕਿਹਾ ਚਲੋ ਜੌਬ ਸਟਾਰਟ ਕਰਦੇ ਹਾਂ। ਪ੍ਰੋਕਟਰ ਐਂਡ ਗੈਂਬਲ ਔਰ ਗੋਦਰੇਜ ਦਾ ਮਰਜਰ ਹੋਇਆ ਸੀਗਾ ਜਦੋਂ ਮੈਂ ਛੱਡ ਕੇ ਗਿਆ ਸੀ। ਤੇ ਜਦੋਂ ਦੁਬਾਰਾ ਜੁਆਇਨ ਕੀਤਾ ਤੇ ਮਰਜਰ ਹੋ ਕੇ ਗੋਦਰੇਜ ਆਈ ਕੇਅਰ ਦੇ ਨਾਮ ਤੋਂ ਕੰਪਨੀ ਬਣਾਈ ਸੀ ਗੋਦਰੇਜ ਨੇ। ਉਹ ਚ ਸੇਲਸਮੈਨ ਪਟਿਆਲਾ ਹੈਡਕੁਆਟਰ ਤੇ ਮੈਂ ਜੁਆਇਨ ਕੀਤਾ। ਇਸ ਤੋਂ ਪਹਿਲੇ ਮੈਂ ਆਂਦੇ ਨਾ ਕੇਸ਼ ਨਿਗਾਰ ਹੈ ਪਟਿਆਲੇ ਦਾ ਸਾਬਣ ਦਾ, ਸਾਰੇ ਫੇਮਸ ਬ੍ਰਾਂਡ ਤੇ ਨਾਮ ਲੈ ਰਹੇ ਜਿਨ੍ਹਾਂ ਨੇ ਕੇਸ਼ ਨਿਗਾਰ ਨਾ ਕਦੇ ਕਾਲ ਤੋਤੇ ਹੋਣਗੇ ਐਂਡ ਗੋਦਰੇਜ ਯੂ نو ਵੈਰੀ ਫੇਮਸ ਬ੍ਰਾਂਡ। ਅੱਛਾ ਕੇਸ਼ ਨਿਗਾਰ ਦੇ ਵਿੱਚ ਮੈਨੂੰ ਜੌਬ ਮਿਲੀ, ਉਹਨੇ 1500 ਰੁਪਏ ਸੈਲਰੀ ਦਿੱਤੀ ਆ ਕੇ ਦੁਬਾਰਾ। ਮੈਂ ਮੇਰੇ ਹਾਲੀ ਕੋਈ ਨਹੀਂ ਕੰਮ ਕਰਨਾ ਪੈਣਾ। ਉਹ ਲਾਲੇ ਦੀ ਨੌਕਰੀ ਸੀਗੀ ਸੇਲਮੈਨ ਦੀ। ਗੋਦਰੇਜ ਗਰੁੱਪ ਕੇਸ਼ ਨਿਗਾਰ ਬਹੁਤ ਫਰਕ ਹੈ। ਲਾਲਾ ਜੀ ਕਹਿੰਦੇ ਅੱਜ ਤੁਸੀਂ ਜਲੰਧਰ ਕੰਮ ਕਰਦੇ ਨੇ ਤੇ ਕੱਲ ਨਾ ਤੁਸੀਂ ਕਰਨਾਲ ਪਹੁੰਚਣਾ ਤੇ ਪਰਸੋਂ ਜੈਪੁਰ, ਤੇ ਬੰਦਾ ਟਰੈਵਲ 'ਚ ਹੀ ਬੱਸ ਹੋ ਜਾਂਦਾ। ਉੱਥੇ ਵੀ ਥੋੜੀ ਦੇਰ ਕੰਮ ਕੀਤਾ, ਫਿਰ ਗੋਦਰੇਜ ਹਾਈ ਕੇਅਰ ਦੇ ਵਿੱਚ ਵਾਪਿਸ ਪਟਿਆਲੇ ਹੈਡਕੁਆਟਰ ਕੰਮ ਕੀਤਾ। ਦੈਨ ਆਈ ਗਾਟ ਐ ਪ੍ਰੋਪਰ ਬ੍ਰੇਕ ਵਿਦ ਦਿਸ ਜਿਲਟ ਸਬਸਿਡਰੀ। ਜਿਲਟ ਦੇ ਵਿੱਚ ਨਾ ਮਰਜਰ ਹੋਈ ਸੀ, ਉਹਦੇ 'ਚ ਡਿਊਰਾਸੈਲ ਤੇ ਵਿਲਕਿਨਸਨ ਸੋਲਡ ਬ੍ਰਾਂਡਸ ਸੇਲਸ ਰਿਪਰੈਜ਼ੈਂਟੇਟਿਵ ਜੁਆਇਨ ਕੀਤਾ ਜਲੰਧਰ ਹੈਡਕੁਆਟਰ। ਇਹ ਜਰਨੀ ਤੁਸੀਂ ਜਿੱਦਾਂ ਸੇਲਸ ਦੇ ਰਿਗਾਰਡਿੰਗ ਕੇ ਪੁੱਛ ਰਹੇ ਹੋ, ਤਦ ਦੀ ਸੇਲਸ ਔਰ ਅੱਜ ਦੀ ਸੇਲ ਦੇ ਵਿੱਚ ਫਰਕ ਇਹ ਹੈ ਵੀ, ਪਰ ਜਿਹੜੀ ਤਦ ਦੀ ਜਿਹੜੀ ਸੇਲ ਆਪਾਂ ਕਰਦੇ ਸੀਗੇ, ਅਸੀਂ ਕਦੀ ਸ਼ਾਰਟਕਟ ਨਹੀਂ ਖੇਲਿਆ। ਸ਼ਾਰਟਕਟ ਜਿਵੇਂ ਜੋ ਮੇਰੇ ਸੀਨੀਅਰ ਨੇ ਕਿਹਾ ਉਹਨੂੰ ਮੈਂ ਲੜ ਬਣ ਲਿਆ, ਮੈਂ ਕਰਨਾ। ਸੋ ਮੈਂ ਇਹ ਪੁੱਛਣਾ ਚਾਹੁੰਦੀ ਕਿ ਲਾਸਟ ਲੇਟੈਸਟ ਜੌਬਸ ਤੁਹਾਡੀ ਕਿਹੜੀਆਂ ਰਹੀਆਂ ਤੇ ਤੁਸੀਂ ਬਾਅਦ ਚ ਫਿਰ ਉਸ ਤੋਂ ਬਾਅਦ ਕੀ ਹੈ, ਥੋੜੀ ਦੇਰ ਕੰਮ ਕੀਤਾ ਜਲੰਧਰ। ਦੈਨ ਆਈ ਗਾਟ ਐਨ ਓਪਰਚੁਨਿਟੀ ਟੂ ਵਰਕ ਫॉर ਦਿਸ ਲੋਰੀਅਲ ਦੀ ਲੈਬੋਰੇਟਰੀ ਗਾਰਨੀਅਰ ਦੀ ਐਂਟਰੀ ਹੋਈ ਸੀ। ਤਾਂ ਉਹਦੇ ਚ ਇੰਟਰਵਿਊ ਦੇਣ ਗਿਆ ਤੇ ਮੇਰੀ ਸਿਲੈਕਸ਼ਨ ਹੋਈ ਤੇ ਮੈਨੂੰ ਮੇਬਲਿਨ ਬ੍ਰਾਂਡ ਹੈਂਡਲ ਕਰਨ ਲਈ ਮਿਲਿਆ। ਮੇਬਲਿਨ ਥੋੜੀ ਦੇਰ ਮੈਂ ਕੰਮ ਕੀਤਾ ਬਿਊਟੀ ਐਡਵਾਈਜ਼ਰ ਆਊਟਲੈਟਸ ਦੇ ਉੱਤੇ ਐਜ਼ ਐਨ ਸੇਲਸ ਐਗਜ਼ੀਕਿਊਟਿਵ ਦੀ ਜੌਬ ਸੀ ਉਹ। ਫਿਰ ਉਸ ਤੋਂ ਬਾਅਦ ਮੈਂ ਦਾ ਟੀਮ ਬੈਠੀ ਸਾਰੀ, ਮੇਰਾ ਮੈਨੇਜਰ ਮੈਨੂੰ ਕਹਿੰਦਾ ਜੀ ਕੰਪਨੀ ਜੰਮੂ ਕਸ਼ਮੀਰ ਆਪਰੇਸ਼ਨਸ ਲਾਂਚ ਕਰਨ ਜਾ ਰਹੀ ਹੈ, ਵਿਲਿੰਗਲੀ ਕੌਣ ਜਾਣਾ ਚਾਹੁੰਦਾ। ਤਦ ਜੇ ਪ੍ਰੋਬਲਮ ਸੀ। ਮੈਨੂੰ ਪੁੱਛਿਆ ਕਹਿੰਦੇ ਪ੍ਰਦੀਪ ਕੋਈ ਇੰਟਰਸਟਿਡ ਹੈ। ਮੈਂ ਕਿਹਾ ਸਰ ਮੇਰੇ 2 ਲਵ ਹੈ, ਜਦ ਤੱਕ ਮੈਂ ਜੌਬ ਕਰਨੀ ਤੁਸੀਂ ਮੈਨੂੰ ਦੁਨੀਆ ਦੇ ਕਿਸੇ ਕੋਨੇ ਹੀ ਭੇਜ ਦਿਓ, ਮੈਂ ਚੱਲ ਜਾ। ਜੇ ਮੈਂ ਲਾਂਚ ਕੀਤੀ ਸੇਲ ਵਾਲੇ ਦੇ ਨਾਲ ਨਾਲ ਦੇਖੋ ਕਿ ਕੁਆਲਿਟੀਜ਼ ਵੀ ਆਈ ਜਾ ਰਹੀ ਹੈ ਕਿ ਗਰੋਥ ਵੀ ਤਾਂ ਹੀ ਹੁੰਦੀ ਹੈ ਕਿ ਵੈਨ ਯੂ ਸੇ ਯੈਸ। ਹਾਂ ਸਾਰੇ ਬੰਦੇ ਚੁੱਪ ਰਹੇ, ਮੈਂ ਕਿਹਾ ਮੈਂ ਚਲਾ ਜਾਵਾਂ। ਜਦ ਤੱਕ ਨੌਕਰੀ ਕਰਨੀ ਹੈ ਤਦ ਤੱਕ ਚਲਾ ਜਾਵਾਂ, ਜਦੋਂ ਮੈਂ ਨਹੀਂ ਕਰਨੀ ਹੋਏਗੀ ਨਾ ਮੈਂ ਪੋਲਾਈਟਲੀ ਤੁਹਾਨੂੰ ਕਹਿ ਦਾਂਗਾ ਸਰ ਵੀ ਮੈਂ ਨਹੀਂ ਕਰਨੀ ਤੇ ਮੈਂ ਜੌਬ ਚੇਂਜ ਕਰ ਰਿਹਾ। ਲੋਰੀਅਲ ਦਾ ਮੈਂ ਬ੍ਰਾਂਡ ਲਾਂਚ ਕੀਤਾ J&K ਦੇ ਵਿੱਚ
ਵਿੱਚ ਉਹ ਮੈਨੂੰ ਬੜਾ ਵੱਡਾ ਕੌਨਫੀਡੈਂਸ ਹੈ। 7 ਲੱਖ ਰੁਪਏ ਦੀ ਐਨੂਅਲ ਟੈਰੀਟਰੀ ਤੋਂ ਮੈਂ ਸਟਾਰਟ ਕੀਤਾ ਸੀਗਾ ਤੇ ਛੱਡ ਕੇ ਆਇਆ ਜਦੋਂ 80 ਲੱਖ ਰੁਪਏ ਐਨੂਅਲ ਬੇਸ ਤੇ ਛੱਡ ਗਿਆ। ਫਿਰ ਮੈਨੂੰ ਉਹਨਾਂ ਦਾ ਕੰਮ ਦੇਖਦੇ ਹੋਏ ਵੀ ਹਾਂ ਇਹ ਪ੍ਰੋਪਰ ਲਾਂਚ ਹੋ ਗਿਆ। ਫਿਰ ਮੈਨੂੰ ਲੁਧਿਆਣਾ ਸ਼ਿਫਟ ਕਰਤਾ, ਮੇਜਰ ਮਾਰਕੀਟ ਸੀ ਲੁਧਿਆਣੇ ਦੀ, ਸੇਲਸ ਐਗਜ਼ੀਕਟਿਵ ਦੀ ਪੋਜੀਸ਼ਨ ਤੇ। ਕਿਉਂਕਿ ਨਾ ਜਦੋਂ ਤੁਸੀਂ ਕੰਮ ਕਰਦੇ ਹੋ ਮਾਰਕੀਟ 'ਚ ਤੁਹਾਡਾ ਕੰਪੀਟੀਸ਼ਨ ਵੀ ਤੁਹਾਨੂੰ ਵਾਚ ਕਰ ਰਿਹਾ ਹੁੰਦਾ ਕਿਹੜਾ ਬੰਦਾ ਅੱਛਾ ਕੰਮ ਕਰ ਰਿਹਾ ਕਿਹੜਾ ਨਹੀਂ ਕਰ ਰਿਹਾ। ਵੈਕੈਂਸੀ ਨਿਕਲੀ ਆਈ ਥਿੰਕ ਹੈਂਕਲ ਜਰਮਨ ਦੀ ਕੰਪਨੀ ਹੈ। ਹੈਂਕਲ ਦੇ ਵਿੱਚ ਐਜ਼ ਐਨ ਏਰੀਆ ਸੇਲਸ ਮੈਨੇਜਰ। ਇਹਨਾਂ ਦੇ ਬ੍ਰਾਂਡ ਆਉਂਦੇ ਸੀ ਫਾਰ ਡੀਓ, ਪਾਇਲਟ ਹੇਅਰ ਕਲਰ ਹੁੰਦਾ ਸੀ ਔਰ ਸ਼ੌਚਕਾਫ ਦੇ ਨਾਮ ਤੋਂ ਹੇਅਰ ਕਲਰ ਕਾਸਟਲੀ ਹੋ ਜੀ। ਉਹਦੇ 'ਚ ਮੈਨੂੰ ਮੌਕਾ ਮਿਲਿਆ ਐਜ਼ ਐਨ ਏਰੀਆ ਸੇਲਸ ਮੈਨੇਜਰ ਤੇ ਤਦ ਮੇਰਾ ਹੋਰਾਈਜ਼ਨ ਹੋਰ ਵੱਡਾ ਹੋ ਗਿਆ। ਉਹ 'ਚ ਮੈਨੂੰ ਜਿਹੜੀ ਜੌਬ ਮਿਲੀ ਸੀ ਉਹ ਮਿਲੀ ਸੀ ਟੌਪ ਟਾਊਨ ਹੈਂਡਲ ਕਰਨੇ ਸੀਗੇ ਪੰਜਾਬ ਦੇ ਤੇ ਯੂਪੀ ਦੇ। ਮੈਂ ਚੰਡੀਗੜ੍ਹ ਬੇਸ ਸੀਗਾ ਜੀ। ਚੰਡੀਗੜ੍ਹ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਪੰਜਾਬ ਦੇ ਟਾਊਨ ਸੀਗੇ। ਫਿਰ ਸੀਗੇ ਨੋਇਡਾ, ਕਾਨਪੁਰ, ਗਾਜ਼ੀਆਬਾਦ ਤੇ ਲਖਨਊ। ਔਰ ਤੁਸੀਂ ਯਕੀਨ ਜਾਣੇ ਵੀ ਮੇਰਾ ਪਰਿਵਾਰ, ਮੇਰੀ ਸ਼ਾਦੀ ਹੋਈ ਸੀ ਲੋਰੀਅਲ ਤੋਂ ਬਾਅਦ ਮੈਂ ਫੈਮਿਲੀ ਉੱਥੇ ਲੈ ਗਏ ਜੰਮੂ ਤੇ ਜਦੋਂ ਮੈਂ ਇੱਥੇ ਸ਼ਿਫਟ ਕੀਤਾ ਬੇਬੀ ਸੀ ਮੇਰੇ ਕੋਲ ਔਰ ਮੈਂ ਵਾਈਫ 69 ਸੈਕਟਰ ਦੇ ਵਿੱਚ ਮੈਂ ਰਹਿੰਦਾ ਚੰਡੀਗੜ੍ਹ। ਮੇਰਾ ਇੱਕ ਬੈਗ ਪੈਕ ਹੁੰਦਾ ਸੀਗਾ ਸੈਟਰਡੇ ਆਣਾ, ਅਗਲੇ ਦਿਨ ਦੀ ਮੇਰੀ ਸ਼ਤਾਬਦੀ ਲਖਨਊ ਵਾਲੇ ਪਾਸੇ ਦੀ ਬੁੱਕ ਹੈ। ਉਹ ਪੂਰਾ ਹਫਤਾ ਲਖਨਊ ਕੰਮ ਕਰ ਰਿਹਾ, ਅਗਲੇ ਦਿਨ ਫਿਰ ਇੱਧਰ ਜਲੰਧਰ, ਲੁਧਿਆਣਾ, ਚੰਡੀਗੜ੍ਹ ਇਹਦੇ ਰੂਟ ਚੱਲਦਾ ਰਿਹਾ। 1 ਸਾਲ ਮੈਂ ਕੰਮ ਕੀਤਾ। ਉਸ ਤੋਂ ਬਾਅਦ ਮੈਂ ਸੋਚਿਆ ਵੀ ਹਾਂ ਥੋੜਾ ਨਾ ਸੇਲਸ ਦਾ ਐਕਸਪੋਜ਼ਰ ਹੋ ਗਿਆ ਠੀਕ। ਰੀਟੇਲ ਦੇ ਵਿੱਚ ਆਪਣੇ ਆਪ ਨੂੰ ਐਕਸਪਲੋਰ ਕੀਤਾ ਤੇ ਸੁਭਿਕਸ਼ਾ ਮਾਰਕੀਟਿੰਗ ਕੰਪਨੀ ਸੀ ਜਿਹਨੂੰ ਕਹਿੰਦੇ ਸਮਝ ਲਓ ਵੀ ਪਹਿਲਾ ਕੰਪਨੀ ਸੀ ਜਿਹੜੀ ਕਿ ਸਟਾਰਟ ਕੀਤਾ ਜੇ ਮਾਡਰਨ। ਜਲੰਧਰ ਦੇ ਵਿੱਚ ਮੈਨੂੰ ਐਜ਼ ਅ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਦਾ ਮੌਕਾ ਮਿਲਿਆ। ਮੇਰੇ ਕੋਲ 13-14 ਸਟੋਰ ਸੀ, ਉਹਨਾਂ ਦੀ ਓਵਰਆਲ ਜ਼ਿੰਮੇਵਾਰੀ ਮੈਂ ਦੇਖਦਾ ਸੀ ਤੇ ਉਹਦੇ ਚ ਓਵਰਆਲ ਜਦੋਂ ਦੇਖੀਏ ਤੇ ਸਭ ਕੁਝ ਆ ਜਾਂਦਾ। ਤੁਸੀਂ ਸੇਲਸ ਦੇ ਨਾਲ ਨਾਲ ਤੁਹਾਡਾ ਪ੍ਰੋਡਕਸ਼ਨ, HR ਸਭ ਕੁਝ ਹੋ ਰਿਹਾ। ਸਾਲ ਇੱਕ ਪਰ ਕੰਮ ਕੀਤਾ ਪਰ ਉਹ ਕੰਪਨੀ ਪ੍ਰੋਬਲਮ ਹੋ ਗਈ ਸੀ ਥੋੜੀ, ਪੈਸੇ ਫਸ ਗਏ ਸਾਡੇ। ਫਿਰ ਇੱਕ ਵੈਕੈਂਸੀ ਇਹਦੇ ਨਿਕਲੀ ਮੀਡੀਆ ਦੇ ਵਿੱਚ, ਦੈਨਿਕ ਭਾਸਕਰ ਐਜ਼ ਅ ਚੀਫ ਮੈਨੇਜਰ ਦੀ ਵੈਕੈਂਸੀ ਨਿਕਲੀ ਤੇ ਇੰਟਰਵਿਊ ਤੇ ਗਿਆ ਮੈਂ। ਜਨਰਲ ਮੈਨੇਜਰ ਸੀ ਮਿਸਟਰ ਧਰਮਿੰਦਰ ਅਤਰੀ। ਰਿਜ਼ਿਊਮ ਦੇਖਿਆ ਉਹਨੇ, ਮੇਰੇ ਖਿਆਲ ਪੋਜੀਸ਼ਨ ਕਾਫੀ ਲਿਕਰੇਟਿਵ ਸੀਗੀ ਨਾ, ਇਸ ਕਰਕੇ ਮੈਂ ਕਿਹਾ ਇੰਨੀਆਂ ਕੁ ਐਪਲੀਕੇਸ਼ਨ ਆਈ ਹੋਏਗੀ ਜ਼ਮੀਨ ਤੋਂ। ਤੇ ਮੈਂ ਅੰਦਰ ਗਿਆ, ਮੈਂ ਕਿਹਾ ਹਾਂਜੀ ਸਰ। ਮੈਨੂੰ ਕਹਿਣ ਲੱਗੇ ਪੰਜਾਬੀ ਜਾਣਦਾ? ਮੈਂ ਕਿਹਾ ਲਿਖਣੀ, ਪੜ੍ਹਨੀ, ਬੋਲਣੀ ਤੈਨੂੰ ਜਾਣਦਾ। ਐਕਚੁਅਲੀ ਕੀ ਹੈ ਹਿੰਦੀ ਦਾ ਪੇਪਰ ਸੀ ਨਾ ਮੱਧ ਪ੍ਰਦੇਸ਼ ਤੋਂ ਤੇ ਇੱਥੇ ਉਹ ਲੋਕ ਲੱਭਦੇ ਪਏ ਜਿਹੜਾ ਲੋਕਲ ਐਕਸੈਂਟ ਆਉਂਦੀ ਹੈ ਆਪਾਂ ਕਰੈਕਟ ਕਰ ਸਕੀਏ। ਬਾਕੀ ਕਹ ਰਹੇ ਮੈਨੇਜਰ ਦੀ ਇੰਨੀ ਕਾਬਲੀਅਤ ਸੀ, ਕਹਿੰਦਾ ਵੀ ਬਾਕੀ ਸਭ ਕੁਝ ਚੀਜ਼ਾਂ ਰਿਜ਼ਿਊਮ 'ਚ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਇੰਟਰਵਿਊ ਦੇਖ ਕੇ ਜੱਜ ਕਰ ਸਕਦਾ ਉਹ ਹੈ ਤੇਰੀ ਜ਼ੁਬਾਨ, ਗੱਲਬਾਤ ਕਰਨ ਦਾ ਢੰਗ ਤੇ ਤੇਰਾ ਫਿਜ਼ੀਕਲ ਪੂਰਾ ਹੈ ਕਿ ਨਹੀਂ, ਇਹ ਰਿਜ਼ਿਊਮ 'ਚ ਨਹੀਂ ਸ਼ੋ ਹੋ ਸਕਦਾ। ਇਹ ਇੱਕ ਆਨਸਰ ਦੇ ਨਾਲ ਮੇਰੀ ਸਿਲੈਕਸ਼ਨ ਹੋ ਗਈ ਐਂਡ ਹੀ ਡਿਡ ਨਾਟ ਆਸਕ ਮੀ ਫॉर ਐਨੀ ਕਾਈਂਡ ਆਫ ਰੇਜ਼ ਬਟ ਹੀ ਗੇਵ ਮੀ 35% ਰੇਜ਼ ਔਨ ਦਾ ਲਾਸਟ ਜੋ ਰੈਮੂਨਰੇਸ਼ਨ ਮਿਲੀ ਸੀ। ਉਸ ਤੋਂ ਬਾਅਦ ਭਾਸਕਰ 'ਚ ਕਾਫੀ ਚੰਗਾ ਸਮਾਂ ਲਗਾਇਆ ਮੈਂ, ਕਰੀਬਨ 5-6 ਸਾਲ ਕਰੀਬ ਲਗਾਏ। ਮੈਨੂੰ ਉਹਨਾਂ ਨੇ ਫਿਰ ਇੱਥੇ ਸਿਟੀ ਹੈਡ ਕਰ ਰਿਹਾ ਸੀ, ਫਿਰ ਉਸ ਦੇ ਨਾਲ ਫਿਰ ਅੰਮ੍ਰਿਤਸਰ ਇੱਧਰਲਾ ਪੂਰਾ ਦੁਆਬਾ ਮਾਝਾ ਜ਼ਿੰਮੇਵਾਰੀ ਦੀ। ਮੇਰੇ ਲਈ ਉਹ ਬਹੁਤ ਵੱਡਾ ਐਕਸਪੀਰੀਅੰਸ ਰਿਹਾ ਦੈਨਿਕ ਭਾਸਕਰ ਦਾ ਯੂਨਿਟ ਹੈਡ ਕਰਨਾ, ਜਿਹਦੇ 'ਚ ਕਿ ਪੂਰੇ ਯੂਨਿਟ ਦਾ ਚਾਰਜ ਸੀ ਮੇਰੇ ਕੋਲ। ਕਮ ਸੇ ਕਮ ਵੀ ਲਗਾ ਲਓ ਤੁਸੀਂ 3 ਫਲੋਰ ਦੇ ਸਟਾਫ ਬੈਠਦਾ ਸੀ। ਬਹੁਤ ਵਧੀਆ ਲਰਨਿੰਗ ਮਿਲੀ। ਮਤਲਬ ਸੈਕਿੰਡ ਜਿਹੜਾ ਮੈਂ ਐਕਸਪਲੋਰ ਕੀਤੀ ਜਿਹੜੀ ਐਕਟੀਵਿਟੀ ਜਿਹੜੇ ਕਿ ਮੈਨੂੰ ਉਹਨਾਂ ਨੇ ਪਾਲਿਸ਼ ਕੀਤਾ, ਪਰ ਉਹ ਚੀਜ਼ ਦਾ ਮੇਰੀ ਐਨਾਲਿਟਿਕਸ ਸਕਿੱਲਸ ਇੰਨੀਆਂ ਕਿ ਵਧੀਆ ਡਿਵੈਲਪ ਹੋ ਗਈਆਂ ਅੱਜ ਜੋ ਮੈਨੂੰ ਅੱਜ ਮੇਰੇ ਕੰਮ ਦੇ ਵਿੱਚ ਹੈਲਪ ਕਰਦੀ। ਕੁਝ ਚੀਜ਼ਾਂ ਦੀ ਜਜਮੈਂਟ ਜਿਹੜੀ ਮੈਂ ਦੇਖ ਕੇ ਦੱਸ ਦੇਣਾ ਮੈਂ ਯਾਰ ਟ੍ਰੈਂਡ ਇਹਦਾ ਫੋਲੋ ਕਰ ਰਿਹਾ। ਭਾਸਕਰ ਤੋਂ ਬਾਅਦ ਫਿਰ ਹਿੰਦੁਸਤਾਨ ਟਾਈਮਸ ਦੇ ਵਿੱਚ ਵੀ ਮੈਂ ਜ਼ਿੰਮੇਵਾਰੀ ਨਿਭਾਈ ਤਕਰੀਬਨ 1 ਸਾਲ। ਇਹ ਮੇਰੀ ਜੌਬ ਦੀ ਜਰਨੀ ਰਹੀ ਜਿਹਨੂੰ ਮੈਂ ਸਪੈਨ ਕਰਾਂ ਤੇ 28 के साल ਦੇ ਕਰੀਬ ਟੋਟਲ ਸੀ। ਰਾਈਟ ਕਿ ਬੜਾ ਇੱਕ ਡਿਟੇਲਡ ਆਨਸਰ ਮੈਂ ਕਹਾਂਗੀ ਕਿ ਇਹ ਰਿਹਾ ਹੈ ਬਿਕਾਜ਼ 30 ਇਅਰਸ ਐਕਸਪੀਰੀਅੰਸ ਤੁਸੀਂ ਇੱਕਦਮ ਸਮਾ ਨਹੀਂ ਸਕਦੇ। ਹਰ ਇੱਕ ਜਿਹੜੀ ਕੰਪਨੀ ਨੂੰ ਤੁਸੀਂ ਟੱਚ ਕੀਤਾ ਹੈ, ਹਰ ਇੱਕ ਜਿਹੜੀ ਕੰਪਨੀ ਤੁਸੀਂ ਗੱਲ ਕੀਤੀ ਹੈ ਤੇ ਮੈਂ ਕਹਾਂਗੀ ਕਿ ਉਹਦੇ ਵਿੱਚ ਬਹੁਤ ਲਰਨਿੰਗ ਆ। ਉਹਦੇ ਵਿੱਚ ਸਾਡੀ ਗਰੂਮਿੰਗ ਦੀ ਗੱਲ ਹੋਈ, ਸਾਡੇ ਬੋਲਚਾਲ ਦੀ ਗੱਲ ਹੋਈ, ਇਮੀਡੀਏਟ ਜਿਹੜਾ ਸੇਲਸ ਵਾਲੀ ਫੀਲਡ ਵਿੱਚ ਬੰਦਾ ਉਹ ਕਿੱਦਾਂ ਦੇ ਡਿਸੀਜਨ ਲੈਂਦਾ ਕਿ ਉਹ ਕਿਤੇ ਵੀ ਕੰਮ ਕਰਨ ਲਈ ਹੀ ਇਜ਼ ਰੈਡੀ, ਹੀ ਇਜ਼ ਅ ਵੋਲੰਟੀਅਰ ਐਂਡ ਹੀ ਇਜ਼ ਸੋ ਪੈਸ਼ਨੇਟ। ਗਰੋ ਕਰਦਾ ਹੈ। ਸੋ ਕਿੰਨੀਆਂ ਕੁਆਲਿਟੀਆਂ ਜਿਹੜੀਆਂ ਅਸੀਂ ਜੱਜ ਕਰ ਲਈਆਂ ਨੇ। ਸੋ ਗੱਲ ਤੇ ਅਸੀਂ ਪੂਰੇ ਐਪੀਸੋਡ 'ਚ ਅੱਜ ਸੇਲਸ ਦੀ ਕਰਾਂਗੇ ਬਟ ਨਾਓ ਹੀ ਇਜ਼ ਐਨ ਐਂਟਰਪ੍ਰੀਨਿਓਰ, ਇੱਕ ਖੁਦ ਦਾ ਵੀ ਬਿਜ਼ਨਸ ਕਰਦੇ ਨੇ। ਸੋ ਸੇਲਸ ਤੋਂ ਤੁਸੀਂ ਬਿਜ਼ਨਸ ਠੀਕ ਹੈ ਉਹਦੇ ਵਿੱਚ ਕਿਵੇਂ ਆਏ, ਕਿਵੇਂ ਤੁਹਾਡਾ ਮਨ ਕੀਤਾ ਕਿ ਮੈਂ ਖੁਦ ਦਾ ਕੰਮ ਕਰਾਂ, ਤੁਹਾਨੂੰ ਲੱਗਾ ਕਿ ਮੈਂ ਇੰਨਾ ਕਾਬਿਲ ਹਾਂ ਕਿ ਮੈਂ ਖੁਦ ਦਾ ਕਿਉਂ ਨਹੀਂ ਕਰ ਲੈਂਦਾ। ਜਿਹੜਾ ਅੱਛਾ ਸੇਲਸ ਕਰਦਾ ਨਾ ਉਹਦੇ ਮਨ 'ਚ ਮੈਂ ਵੀ ਉਹਦਾ ਹੀ ਪ੍ਰੋਡਕਟ ਆ। ਜੇ ਮੈਂ ਆਪਣੇ ਗੱਲ ਕਰਾਂ ਕਿ ਮੈਂ ਖੁਦ ਦਾ ਬਿਜ਼ਨਸ ਸਟਾਰਟ ਕੀਤਾ ਹੈ। ਸੋ ਜਦੋਂ ਮੈਂ ਸੇਲਸ ਦੇ ਵਿੱਚ ਇੰਨੀ ਅੱਛੀ ਹੁੰਦੀ ਤੇ ਮੈਨੂੰ ਲੱਗਦਾ ਸੀ ਕਿ ਜੇ ਮੈਂ ਕਿਸੇ ਲਈ ਕਰ ਸਕਦੀ ਤੇ ਮੈਂ ਖੁਦ ਲਈ ਕਿਉਂ ਨਾ ਕਰਾਂ। ਸੋ ਤੁਹਾਡੇ ਮਨ ਵਿੱਚ ਕੀ ਸੀ? HT ਦੇ ਵਿੱਚ ਜਦੋਂ ਜੌਬ ਛੱਡੀ ਸਾਲ ਇੱਕ ਪਰ ਕੀਤੀ ਤੇ ਮੇਰੀ ਇੱਕ ਏਜੰਸੀ ਸੀ ਜਲੰਧਰ ਦੇ ਵਿੱਚ, ਐਡਵਰਟਾਈਜ਼ਿੰਗ ਏਜੰਸੀ ਸੀ, ਉਹਦੇ ਕੋਲ ਗਿਆ। ਉਹਨਾਂ ਕਿਹਾ ਵੀ ਆਓ ਆਪਾਂ ਮਿਲ ਕੇ ਕੁਝ ਐਕਸਪਲੋਰ ਕਰਦੇ ਹਾਂ ਵੀ ਤੁਸੀਂ
ਆਨੇ ਆ ਸਾਡੇ ਕੋਲ, ਅੱਛਾ ਐਕਸਪੀਰੀਅੰਸ ਹੈ ਤੁਹਾਡਾ, ਨੌਕਰੀ ਕਦ ਤੱਕ ਕਰਦੇ ਰਹਿਣਾ। 2012 ਦੇ ਵਿੱਚ ਮੈਂ ਏਜੰਸੀ ਕੋਲ ਜਾਂਦਾ ਸੀ ਤਾਂ ਉਹਨੇ ਮੈਨੂੰ ਇਹ ਕਿਹਾ ਵੀ ਮੈਂ ਹੀ ਉਹਨੂੰ ਇਨਫੈਕਟ ਕਿਹਾ ਵੀ ਨੌਕਰੀ ਕਰਦੇ ਵੇ, ਨੌਕਰੀ ਦੇ ਵਿੱਚ ਨਾ ਪ੍ਰੈਸ਼ਰ ਬਹੁਤ ਹੁੰਦੇ, ਕਈ ਤੇ ਹੁੰਦੇ ਮਤਲਬ ਜੈਨੂਇਨ, ਕਈ ਹੁੰਦੇ ਇਨਜੈਨੂਇਨ ਪ੍ਰੈਸ਼ਰ, ਹੈ ਨਾ, ਤੇ ਬੰਦੇ ਦੇ ਮਨ ਦੇ ਵਿੱਚ ਆਉਂਦਾ ਯਾਰ ਵੀ ਮੈਂ ਆਪਣੀ ਸਿਹਤ ਖਰਾਬ ਕਰਕੇ ਬੈਠ ਜਾਵਾਂਗਾ। ਜਦੋਂ ਤੁਸੀਂ ਹਾਇਰ ਪੋਜੀਸ਼ਨ ਤੇ ਜਾਂਦੇ ਹੋ ਤੇ ਬਹੁਤ ਡਿਫਰੈਂਟ ਕਾਈਂਡ ਆਫ ਪ੍ਰੈਸ਼ਰ ਹੁੰਦੇ ਨੇ, ਤੇ ਜਿੱਥੇ ਤੁਸੀਂ ਨਾ ਨਹੀਂ ਕਹਿ ਸਕਦੇ, ਤੁਹਾਨੂੰ ਸਿਰਫ ਹਾਂ ਹੀ ਕਹਿਣੀ ਹੈ, ਚਾਹੇ ਤੁਹਾਡਾ ਮਨ ਅਗਵਾਈ ਨਾ ਦੇ ਰਿਹਾ ਹੋਵੇ ਹਾਂ ਕਹਿਣ ਦੇ। ਕਾਫੀ ਕੁਝ ਸਿੱਖਿਆ, 2 ਕੰਪਨੀਆਂ ਇਦਾਂ ਦੀਆਂ ਹੈਗੀਆਂ, 3 ਜਿਹੜੇ ਜਿਲੇਟ ਔਰ ਉਸ ਤੋਂ ਬਾਅਦ ਲੋਰੀਅਲ। ਬ੍ਰਾਂਡਸ ਨੂੰ ਆਪਣੇ ਹੱਥਾਂ 'ਚ ਲਾਂਚ ਕੀਤਾ ਹੈ, ਸੋ ਇਟਸ ਲਾਈਕ ਉਹ ਵੀ ਇੱਕ ਬੜਾ ਹੈਂਡਸ ਔਨ ਐਕਸਪੀਰੀਅੰਸ ਹੈ ਖੁਦ ਦਾ ਕੁਝ ਸ਼ੁਰੂ ਕਰਨ ਲਈ। ਤੇ ਉਸ ਤੋਂ ਬਾਅਦ ਨਾ ਏਜੰਸੀ ਤੇ ਮੈਂ ਜਿੱਦਾਂ ਪਬਲਿਕੇਸ਼ਨ ਸਾਈਡ ਤੋਂ ਸੀ, ਉੱਥੇ ਮਯੰਕ ਤਿਵਾਰੀ ਉਹ ਮਿਲੇ ਮੈਨੂੰ, ਏਜ ਦੇ ਵਿੱਚ ਕਾਫੀ ਯੰਗ ਸੀ, ਕਾਲਜ ਤੋਂ ਬਾਅਦ ਇਹਨਾਂ ਨੂੰ ਕੰਮ ਕਰਨਾ, ਆਪਾਂ ਨਾ ਟਰਾਈ ਉਹਦੇ ਸ਼ੇਪ ਦੇ ਵਿੱਚ ਮੈਂ ਕਿ ਮੈਂ ਔਰ ਮਯੰਕ ਮਿਲ ਕੇ ਆਪਾਂ ਐਕਸਪਲੋਰ ਕਰਦੇ, ਤੇ ਉਹ ਸਾਡੇ ਕੋਲ ਫੰਡਿੰਗ ਦੇ ਲਈ ਸੋਰਸ ਸੀਗਾ ਸਟਾਰਟਿੰਗ ਦੇ ਏਜੰਸੀ। ਜਿੰਨੇ ਵੀ ਆਪਾਂ ਥਾਟ ਉੱਥੇ ਲੈ ਕੇ ਗਏ, ਜੋ ਐਕਸਪੀਰੀਅੰਸ ਦੇ ਸਦਕਾ ਜਾਂ ਪੈਸ਼ਨੇਟ ਸੀ ਵੀ ਮੈਂ ਹੁਣ ਆਪਣਾ ਕੰਮ ਕਰਨਾ, ਜ਼ੀਰੋ ਤੋਂ ਨਵਾਂ ਸਟਾਰਟ ਕਰ, ਇੰਨੀ ਕੁ ਮਿਹਨਤ ਕੀਤੀ ਹੈ ਮੈਂ ਔਰ ਮਯੰਕ ਨੇ ਮਿਲ ਕੇ ਵੀ। ਸਟਾਰਟਿੰਗ ਉਹਨੇ ਕਿਹਾ ਵੀ ਯਾਰ ਮੇਰਾ ਜਿਹੜਾ ਲਾਸਟ ਪੈਕੇਜ 18 ਲੱਖ ਰੁਪਏ ਦੇ ਕਰੀਬ ਸੀਗਾ ਜੀ, ਹਿੰਦੁਸਤਾਨ ਟਾਈਮ। ਮੈਨੂੰ ਉਸ ਬੰਦੇ ਨੇ ਇਹ ਸਵਾਲ ਕੀਤਾ ਵੀ ਪ੍ਰਦੀਪ ਤੂੰ ਇਹ ਡਿਸੀਜਨ ਕਿੱਦਾਂ ਲੈ ਰਿਹਾ ਹੈ, 18 ਲੱਖ ਦੀ ਤਨਖਾਹ ਛੱਡ ਕੇ, ਇੰਨੀ ਪ੍ਰੈਸਟੀਜੀਅਸ ਪੋਜੀਸ਼ਨ ਛੱਡ ਕੇ, ਤੇ ਇੱਕ ਛੋਟੀ ਏਜੰਸੀ ਦੇ ਕੋਲ ਜੁਆਇਨ ਕਰਨ ਲਈ ਤਿਆਰ ਹੈ। ਪਰ ਮੇਰੇ ਮਾਈਂਡ ਦੇ ਵਿੱਚ ਪਿੱਛੇ ਜੇ ਬੈਕਵਰਡ ਕੈਲਕੂਲੇਸ਼ਨ, ਮੈਂ ਕਿਹਾ ਇਹ 18 ਮੈਂ ਛੱਡ ਕੇ ਆਇਆ ਨਾ, ਪਰ ਮੈਂ ਵਰਥ 18 ਦਾ ਨਹੀਂ ਹੈ, ਮੈਂ 50 ਲੱਖ ਦਾ ਵਰਥ ਹਾਂ। ਮੈਂ ਉਹਨਾਂ ਨਾਲ ਸ਼ੇਅਰ ਨਹੀਂ ਕੀਤਾ, ਪਰ ਮੇਰੇ ਦਿਮਾਗ 'ਚ ਇਹ ਚੀਜ਼ ਚੱਲ ਰਹੀ ਸੀ। ਠੀਕ ਹੈ ਜੀ, ਹਿੰਦੁਸਤਾਨ ਟਾਈਮਜ਼ ਦੇ ਲਈ ਸਾਲ ਦਾ 7-8 ਕਰੋੜ ਰੁਪਏ ਦਾ ਬਿਜ਼ਨਸ ਕਰਕੇ ਦੇ ਸਕਦਾ, ਤਾਂ ਮੈਂ ਕਰ ਲਾਂਗਾ, ਆਪਣੇ ਲਈ ਤਾਂ 1.5 ਕਰੋੜ ਦਾ ਕਰ ਹੀ ਲਾਂਗਾ। ਉਹਨਾਂ ਨੇ ਹੁਣ ਬੂਸਟ ਕੀਤਾ, ਮੈਂ ਤੇ ਮਯੰਕ ਨੇ ਮਿਲ ਕੇ ਸਟਾਰਟ ਕੀਤਾ, ਇਨੋਵੇਟਿਵ ਪ੍ਰੋਡਕਟ ਬਣਾਏ ਬਾਏ ਦੀ ਗ੍ਰੇਸ ਆਫ ਗੋਡ। ਸਾਡੇ ਮਤਲਬ ਜਿਹਨੂੰ ਕਹਿੰਦੇ ਵੀ ਇਮਾਨਦਾਰੀ ਦੇ ਐਫਰਟਸ ਰੰਗ ਲੈ ਕੇ ਆਈਆਂ, ਤੇ ਆਪਾਂ ਪਹਿਲੇ ਸਾਲ ਹੀ ਜਦੋਂ ਉਹਨਾਂ ਨੂੰ ਕੰਮ ਕੀਤਾ ਤੇ ਸਾਡੇ ਕੋਲ ਇੱਕ ਅੱਛਾ ਬ੍ਰਾਂਡ ਆ ਗਿਆ ਕੰਮ ਕਰਨ ਲਈ, ਮੋਬਾਈਲ ਫੋਨ ਦਾ ਸੀ, ਤੇ ਮੇਰੇ ਖਿਆਲ 3.5-4 ਕਰੋੜ ਰੁਪਏ ਦਾ ਬਿਜ਼ਨਸ ਕਰਤਾ ਸੀ। ਉਸ ਤੋਂ ਫਿਰ ਮਨ 'ਚ ਲੱਗਾ ਯਾਰ ਅਗਰ ਆਪਾਂ ਇੱਥੇ ਕਰ ਸਕਦੇ, ਆਪਾਂ ਜਰਨੀ ਕਿਤੇ ਵੀ ਲੈ ਗਏ ਸੀ। ਕਨਸੈਪਟ ਫੈਕਟਰੀ ਨਾਮ ਦੀ ਸਰ ਦਾ ਬ੍ਰਾਂਡ ਹੈ, ਸੋ ਅਸੀਂ ਅਗਲੇ ਕਿਸੇ ਸ਼ੋਅ ਦੇ ਵਿੱਚ ਮਯੰਕ ਨੂੰ ਵੀ ਲੈ ਕੇ ਆਣਾ ਹੈ, ਸੋ ਵੀ ਵਿਲ ਟਾਕ ਮੋਰ ਅਬਾਊਟ ਕਨਸੈਪਟ ਫੈਕਟਰੀ। ਬਟ ਅੱਜ ਕੀ ਸਰ ਨੂੰ ਸੇਲਸ ਦਾ ਬੜਾ ਇੱਕ ਮਾਸਟਰ ਐਕਸਪੀਰੀਅੰਸ ਆ, ਸੋ ਆਈ ਵਾਂਟ ਟੂ ਟੇਕ ਮੋਰ ਕੁਐਸਚਨਸ ਕਿ ਆਪਾਂ ਸੇਲਸ ਦੀ ਗੱਲ ਕਰੀਏ ਕਿ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਜਿਹੜੇ ਬੱਚੇ ਸੇਲਸ 'ਚ ਬੜੇ ਵਧੀਆ ਹੁੰਦੇ ਨੇ, ਜਾਂ ਜਿਹੜੇ ਲੋਕ ਸੇਲਸ ਨੂੰ ਬੜਾ ਪੈਸ਼ਨੇਟਲੀ ਲੈਂਦੇ ਨੇ, ਉਹਨਾਂ ਲਈ ਖੁਦ ਦਾ ਬਿਜ਼ਨਸ ਖੋਲਣਾ ਥੋੜਾ ਈਜ਼ੀ? ਉਹਦਾ ਕਾਰਨ ਦੱਸਦਾ ਕਿਉਂ। ਜਿੱਥੋਂ ਕਦੋਂ ਵੀ ਆਪਾਂ ਬਿਜ਼ਨਸ ਕਰਦੇ ਜਾਂ ਕੋਈ ਕੈਰੀਅਰ ਵੀ ਆਪਣਾ ਕਰਦੇ ਨਾ, ਤਾਂ ਸਭ ਤੋਂ ਜ਼ਿਆਦਾ ਰਿਵਾਰਡਿੰਗ ਕੈਰੀਅਰ ਜਿਹੜਾ ਉਹ ਸੇਲਸ ਦਾ ਹੁੰਦਾ ਹੈ। ਉਹਦੇ 'ਚ ਕੀ ਹੁੰਦਾ ਹੈ, ਤੁਹਾਨੂੰ ਜਦੋਂ ਹੁਣ ਤੁਸੀਂ ਮੰਨ ਲਓ ਆਫਿਸ ਦੇ ਵਿੱਚ ਲੱਗੇ ਹੋ, ਅਕਾਊਂਟਸ ਦੇ ਡਿਪਾਰਟਮੈਂਟ 'ਚ ਲੱਗੇ ਹੋ, HR ਦੇ ਵਿੱਚ ਲੱਗੇ ਹੋ, ਤਾਂ ਤੁਹਾਡੇ ਕੋਲ ਇੱਕ ਲਿਮਿਟਡ ਸੈਲਰੀ ਵੀ ਮਿਲਣੀ ਤੁਹਾਨੂੰ। ਸੇਲਸ ਦੇ ਵਿੱਚ ਇਹ ਹੁੰਦਾ ਵੀ ਮੇਰੀ ਫਿਕਸ ਇਨਸੈਂਟਿਵ ਵੀ ਆਉਂਦੇ, ਔਰ ਜਿਹੜਾ ਸਹੀ ਬੰਦੇ ਸੇਲਸ ਦੇ ਉਹਨਾਂ ਦੀ ਸੋਚ ਹੁੰਦੀ ਆਪਾਂ ਸੈਲਰੀ ਨੂੰ ਬਿਲਕੁਲ ਨਹੀਂ ਛੇੜਨਾ, ਇਨਸੈਂਟਿਵ ਦੇ ਨਾਲ ਆਪਾਂ ਖਰਚੇ ਚਲਾਣਾ। ਦੇयर इज अ लॉजिक टू इट। ਕੋਈ ਵੀ ਜਿਹੜੇ ਪ੍ਰੋਫੈਸ਼ਨਲ ਕੰਪਨੀਆਂ ਧੱਕਾ ਨਹੀਂ ਹੁੰਦਾ ਪਿੱਛੇ, ਤੋਂ ਨੰਬਰ ਜਿਹੜੇ ਕੈਲਕੂਲੇਟਿਵ ਹੁੰਦੇ, ਅਚੀਵੇਬਲ ਹੁੰਦੇ, ਔਰ ਤੁਸੀਂ ਅਗਰ ਰਾਈਟ ਡਾਇਰੈਕਸ਼ਨ ਦੇ ਨਾਲ ਕੰਮ ਕਰੋ ਆਪਣੇ ਸੀਨੀਅਰਸ ਦੀ, ਤੁਹਾਨੂੰ ਦਿੱਕਤ ਨਹੀਂ ਆਉਂਦੀ, ਤੁਸੀਂ ਅਚੀਵ ਕਰਦੇ ਹੋ ਔਰ ਤੁਸੀਂ ਇੰਜੋਏ ਵੀ ਕਰਦੇ ਹੋ, ਬਿਕੋਜ਼ ਫਰੀडम ਹੋ ਤੁਹਾਡੇ ਕੋਲ ਕੰਮ ਕਰਨ ਦਾ। ਤੁਹਾਡੇ ਤੇ ਇਹ ਨਹੀਂ ਕਿ ਤੁਸੀਂ 9 ਵਜੇ ਆਫਿਸ ਇਨ ਕੀਤਾ 5:30 ਵਜੇ ਬਾਹਰ ਨਿਕਲਣਾ। ਕਿਉਂਕਿ ਕੰਪਨੀ ਨੂੰ ਸੇਲ ਚਾਹੀਦੀ ਹੈ। ਹਾਂ, ਆਊਟਪੁੱਟ ਡਰਿਵਨ ਹੈ, ਰਿਜ਼ਲਟ ਡਰਿਵਨ ਹੈ। ਜਦੋਂ ਰਿਜ਼ਲਟ ਡਰਿਵਨ ਕਰੀਅਰ ਤੁਸੀਂ ਕਿਤੇ ਕੰਮ ਕਰਦੇ ਹੋ, ਫਿਰ ਤੁਹਾਡੀ ਕੌਨਫੀਡੈਂਸ ਬਣ ਜਾਂਦਾ ਮੈਂ ਰਿਜ਼ਲਟ ਕਿਸੇ ਲਈ ਕਰ ਰਿਹਾ, ਆਪਣੇ ਲਈ ਕਰ ਰਿਹਾ। ਇਹ ਚੀਜ਼ ਸਰ ਆਪਾਂ ਸੇਲਸ ਤੇ ਐਥਿਕਸ ਦੀ ਗੱਲ ਕਰਦੇ ਥੋੜੀ ਜੀ। ਜਦੋਂ ਕਈ ਵਾਰੀ ਮੈਂ ਦੇਖਿਆ ਕਿ ਇੰਸ਼ੋਰੈਂਸ ਕੰਪਨੀਆਂ 'ਚ ਕਈ ਲੋਕ ਨਾ ਛੱਡ ਹੀ ਦਿੰਦੇ ਜੌਬ, ਉਹ ਕਹਿੰਦੇ ਕਿ ਬੜਾ ਝੂਠ ਬੋਲਣਾ ਪੈਂਦਾ ਹੈ। ਸਪੋਜ਼ ਮੈਂ ਕਿਸੇ ਸ਼ੈਂਪੂ ਨੂੰ ਹੀ ਉਹਦਾ ਹੀ ਸੇਲਸ ਟੀਮ ਮੈਂ ਹੈਂਡਲ ਕਰ ਰਹੀ ਹਾਂ, ਤੇ ਆਈ ਡੋਂਟ ਨੋ ਕਿ ਉਹ ਕਿੱਦਾਂ ਦੇ ਰਿਜ਼ਲਟ ਦੇ ਰਿਹਾ, ਰਾਈਟ? ਸੋ ਇਹਦਾ ਬੈਲੈਂਸ ਕਿੱਦਾਂ ਬਣਾਉਣਾ ਚਾਹੀਦਾ, ਜਿਹਦਾ ਇੱਕ ਸੇਲਸ ਐਗਜ਼ੈਕਟਿਵ ਹੈ ਜਾਂ ਸੇਲਸ ਮੈਨੇਜਰ ਜਾਂ ਇਵਨ ਹਾਇਰ ਪੋਜੀਸ਼ਨ ਤੇ ਹੈ, ਹਾਊ ਟੂ ਮੇਕ ਅ ਬੈਲੈਂਸ ਬਿਟਵੀਨ ਦ ਐਥਿਕਸ and right sales? ਇਹ ਦੋ ਚੀਜ਼ਾਂ ਹੁੰਦੀਆਂ ਨੇ ਜੀ। ਅਗਰ ਜਿੱਦਾਂ ਆਪਾਂ ਕਹੀਏ ਨਾ ਵੀ ਰਾਈਟ ਨੰਬਰ ਅਚੀਵ ਹੋ ਜਾਂਦੇ, ਐਥਿਕਸ। ਹੁਣ ਅੱਜ ਦੀ ਡੇਟ 'ਚ ਮੈਂ ਅਗਰ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ, ਇੰਸ਼ੋਰੈਂਸ ਇੰਡਸਟਰੀ ਐਸ ਸੱਚ ਹੀ ਜਿਹੜੀ ਹੈ, ਉਹਦੇ 'ਚ ਕੀ ਹੈ, ਬੇਸਿਕਸ ਤੋਂ ਹੀ ਕੰਮ ਹੋਇਆ। ਇੰਸ਼ੋਰੈਂਸ ਜਿੱਦਾਂ ਪ੍ਰਾਈਵੇਟ ਸੈਕਟਰ ਨੂੰ ਅੱਪਰ ਦੇ ਹੋਇਆ, ਇਹਦੇ 'ਚ ਮੈਂ ਕਿਹਾ 10-15-20 ਸਾਲ ਤੋਂ ਇੱਥੇ ਆਇਆ ਜਿਆਦਾ, ਉਸ ਤੋਂ ਪਹਿਲੇ LIC ਦਾ ਕੰਮ। ਹੁਣ ਇਹਦੇ 'ਚ ਚੀਜ਼ ਹੈ, ਅਗਰ ਮੈਂ ਤੁਹਾਨੂੰ ਇੰਸ਼ੋਰੈਂਸ ਵੇਚਣੀ, ਮੈਂ ਤੁਹਾਨੂੰ ਰਾਈਟ ਪ੍ਰੋਡਕਟ ਐਕਸਪਲੇਨ ਕਰਾਂ, ਜਿਹੜਾ ਕਿ ਕਿਹਾ ਜਾਂਦਾ, ਸਾਨੂੰ ਸਿਖਾਇਆ ਜਾਂਦਾ ਟ੍ਰੇਨਿੰਗ ਦੇ ਦੌਰਾਨ। ਅਸੀਂ ਸ਼ਾਰਟਕਟ ਲੱਭਦੇ ਹਾਂ, ਸ਼ਾਰਟਕਟ ਦਾ ਨਤੀਜਾ ਵੀ ਫਿਰ ਸ਼ਾਰਟਕਟ ਹੀ ਮਿਲਦਾ ਹੈ। ਅਗਲੇ ਵਾਲੇ ਜ਼ਿਆਦਾ ਕੰਮ ਖਰਾਬ ਕਰਦੇ, ਇਹ ਤੁਹਾਡਾ ਕਹਿਣਾ ਨਹੀਂ। ਟ੍ਰੇਨਿੰਗ ਤੁਹਾਨੂੰ ਕਹਿੰਦੇ ਨਾ ਵੀ ਹਾਂ ਤੁਸੀਂ ਕਹਿਣਾ ਵੀ ਇਹ ਇੰਸ਼ੋਰੈਂਸ ਪਾਲਿਸੀ ਦਾ ਇਹ ਬੈਨੀਫਿਟ ਹੈ ABCD, ਤੁਸੀਂ ਉਹ ਐਕਸਪਲੇਨ ਤੇ ਕਰੋ। ਇੰਸ਼ੋਰੈਂਸ ਨੂੰ ਇੰਸ਼ੋਰੈਂਸ ਕਹਿ ਕੇ ਵੇਚੋ ਤੁਸੀਂ। ਹੋ ਕੀ ਰਿਹਾ ਅੱਜ ਕੱਲ ਇੰਡਸਟਰੀ ਦੇ ਵਿੱਚ ਵੀ, ਇੰਸ਼ੋਰੈਂਸ ਨੂੰ ਇਨਵੈਸਟਮੈਂਟ ਦੇ ਨਾਲ ਜੋੜ ਦਿੱਤਾ ਜਾਂਦਾ।
ਹੁਣ ਤੁਸੀਂ ਫੋਰਨ ਕੰਟਰੀ 'ਚ ਦੇਖੋ, ਇੰਸ਼ੋਰੈਂਸ ਜਿਹੜੀ ਹੈ ਇੰਸ਼ੋਰੈਂਸ ਦੇ ਲਈ ਹੋਣੀ ਚਾਹੀਦੀ, ਇਨਵੈਸਟਮੈਂਟ ਜਿਹੜੀ ਹੈ ਇਨਵੈਸਟਮੈਂਟ ਦੇ ਲਈ ਹੋਣੀ ਚਾਹੀਦੀ। ਇੱਥੇ ਕੀ ਇੰਡੀਆ ਦੇ ਵਿੱਚ ਕੀ ਹੈ, ਇੰਸ਼ੋਰੈਂਸ ਕੰਪਨੀਆਂ ਰੈਵਨਿਊ ਜਨਰੇਟ ਕਰਨ ਦੇ ਲਈ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਤੁਹਾਨੂੰ ਡਰਾਈਵ ਕਰਵਾਉਂਦੀਆਂ ਸੇਲਸ ਫਰੰਟ ਲਾਈਨ। ਉੱਥੇ ਫਿਰ ਝੂਠ ਤੁਹਾਨੂੰ ਬੋਲਣਾ ਪੈਂਦਾ। ਜੇ ਤੁਸੀਂ ਝੂਠ ਬੋਲੋਗੇ ਤੇ ਫਿਰ ਹੁੰਦਾ ਕੀ ਉਹਦੇ 'ਚ ਵੀ ਮਹੀਨੇ 6 ਮਹੀਨੇ ਬਾਅਦ ਨਾ ਤੁਸੀਂ ਆਪਣਾ ਮੋਬਾਈਲ ਦਾ ਸਿਮ ਬੰਦ ਕਰ ਦਿੰਦੇ ਹੋ, ਆਪਣੇ ਰਿਲੇਸ਼ਨ ਖਰਾਬ ਕਰੇ ਪੈ ਜਾਂਦੇ। ਅਗਰ ਤੁਸੀਂ ਐਥੀਕਲ ਕੰਮ ਕੀਤਾ ਹੋਏਗਾ ਤੁਸੀਂ ਹੈਪੀਲੀ ਕੰਮ ਕਰੋਗੇ ਔਰ ਕਸਟਮਰ ਵੀ ਤੁਹਾਡੇ ਤੇ ਵਿਸ਼ਵਾਸ ਕਰਨਗੇ ਔਰ ਤੁਹਾਨੂੰ ਅੱਗੇ ਕਿ ਤੁਸੀਂ ਕੰਪਨੀ 'ਚ ਮੂਵ ਕਰਦੇ ਹੋ ਤੁਹਾਨੂੰ ਰਾਈਟ। ਤੇ ਇੱਕ ਜਿਹੜੇ ਖਾਸ ਕਰਕੇ ਸੇਲਸ ਡਿਪਾਰਟਮੈਂਟ 'ਚ ਜਿਹੜੇ ਕੰਮ ਕਰਦੇ ਨੇ ਐਗਜ਼ੀਕਿਊਟਿਵਸ, ਦੇ ਆਲਵੇਜ਼ ਫੀਲ ਕਿ ਉਹਨਾਂ ਦਾ ਬੌਸ ਬਹੁਤ ਟਫ ਆ। ਕਈ ਵਾਰੀ ਗਰਲਸ ਵੀ ਕੰਮ ਕਰ ਰਹੀਆਂ ਨੇ, ਦੇ ਗੈਟ ਸੋ ਪ੍ਰੈਸ਼ਰਾਈਜ਼ਡ ਕਿ ਉਹ ਹੈਂਡਲ ਹੀ ਨਹੀਂ ਕਰ ਪਾਉਂਦੇ। ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਮੈਂ ਕਿਸ ਤਰ੍ਹਾਂ ਦੀ ਕੰਪਨੀ ਦੇ ਵਿੱਚ ਮੈਂ ਆ ਗਿਆ। ਹਾਲਾਂਕਿ ਜਿਹੜੇ ਸੇਲਸ ਵਾਲੇ ਹੁੰਦੇ ਦੇ ਆਰ ਡਾਇਰੈਕਟਲੀ ਰਿਸਪੌਂਸਿਬਲ ਕਿ ਉਹ ਸੇਲਸ ਟਾਰਗੇਟ ਅਚੀਵ ਕਰਕੇ ਦੇਣ। ਐਂਡ ਵੈਨ ਦੇ ਸੀ ਅਦਰ ਡਿਪਾਰਟਮੈਂਟਸ, ਉਹ HR ਨੂੰ ਦੇਖ ਰਹੇ ਨੇ, ਅਕਾਊਂਟਸ ਨੂੰ ਦੇਖ ਰਹੇ ਨੇ ਜਾਂ ਬ੍ਰਾਂਡਿੰਗ ਵਾਲਿਆਂ ਨੂੰ ਦੇਖ ਰਹੇ ਨੇ, ਲੱਗਦਾ ਕਿ ਇਹਨਾਂ ਦੀ ਲਾਈਫ ਈਜ਼ੀ ਹੈ, ਪਤਾ ਨਹੀਂ ਬੌਸ ਦੀ ਸ਼ਾਇਦ ਮੇਰੇ ਨਾਲ ਹੀ ਜ਼ਿਆਦਾ ਲੜਾਈ ਹੈ। ਰਾਈਟ। ਸੋ ਵਾਟ ਸ਼ੁੱਡ ਬੀ ਦ ਐਟੀਟਿਊਡ ਆਫ ਅ ਸੇਲਸ ਐਗਜ਼ੈਕ? ਲਾਈਕ he needs to ignore many things, I think. ਨਹੀਂ, ਮੈਨੀ ਥਿੰਗਸ ਦੀ ਗੱਲ ਕਰੀ, ਦੇਖੋ ਜਿਹੜੀ ਗੱਲ ਸੇਲਸ ਦੀ ਹੈ ਤੁਸੀਂ ਕਹਿੰਦੇ ਬੌਸ ਬਹੁਤ ਸਾਡਾ ਅੰਡਰ ਪ੍ਰੈਸ਼ਰ ਦਾ, ਏਦਾਂ ਦੀ ਕੋਈ ਗੱਲ ਨਹੀਂ। ਦੇਖੋ ਹਰੇਕ ਦੀ ਚੇਨ ਬਣੀ ਹੁੰਦੀ ਹੈ। ਜਦੋਂ ਨੰਬਰ ਡਿਜ਼ਾਈਨ ਮੀਟਿੰਗ ਦੇ ਵਿੱਚ ਹੁੰਦੇ ਨੇ ਤੇ ਕਲੈਕਟਿਵਲੀ ਦੇਖੋ ਬੌਸ ਤੇ ਵੀ ਕੀ ਹੈ, ਤੁਹਾਨੂੰ ਹੈਲਪ ਕਰਨੀ ਹੈ। ਅਗਰ ਮਾਰਕੀਟ 'ਚ ਕੋਈ ਪ੍ਰੋਬਲਮ ਹੈ ਤਾਂ ਆਪਣੀ ਸੀਨੀਅਰ ਮੈਨੇਜਮੈਂਟ ਦੇ ਅੱਗੇ ਰੱਖਣੀ ਵੀ ਹੈ, ਪ੍ਰੋਬਲਮ ਦੇ ਕਾਰਨ ਸਾਨੂੰ ਨੰਬਰ ਚੇਸ ਕਰਨ ਦੀ ਦਿੱਕਤ ਆ ਰਹੀ ਹੈ। ਤਾਂ ਏਦਾਂ ਦੀ ਕੋਈ ਗੱਲ ਨਹੀਂ ਹੈ। ਮੈਂ ਵੀ ਟੀਮ ਮੈਨੇਜ ਕੀਤੀਆਂ ਨੇ, ਰਿਜ਼ਲਟਸ ਵੀ ਡਰਾਈਵ ਕੀਤੇ, ਬਟ ਇਹ ਦੇ ਉੱਤੇ ਪ੍ਰੈਸ਼ਰ ਤੇ ਹੈ ਹੀ ਹੈ। ਜਦੋਂ ਪ੍ਰੈਸ਼ਰ ਨਹੀਂ ਹੋਇਆ ਤਾਂ ਆਪਾਂ ਕੰਮ ਵੀ ਨਹੀਂ ਕਰ ਪਾਉਂਦੇ। ਮਤਲਬ ਜਿਵੇਂ ਹੁਣ ਮੈਂ ਹੀ ਦੱਸ ਰਹੀ, ਕਈ ਬੱਚੇ ਜਦੋਂ MBA ਤੋਂ ਬਾਹਰ ਆਉਂਦੇ ਤੇ ਇਮੀਡੀਏਟ ਉਹਨਾਂ ਨੂੰ ਸੇਲਸ ਮਾਰਕੀਟਿੰਗ ਦੀ ਜੌਬ ਬੜੀ ਜਲਦੀ ਮਿਲ ਜਾਂਦੀ ਹੈ, ਬਟ ਦੇ ਆਰ ਨਾਟ ਪ੍ਰੀਪੇਅਰਡ ਇਨ ਦ ਕਾਲਜ ਕਿ ਇੰਨਾ ਪ੍ਰੈਸ਼ਰ ਹੈਂਡਲ ਕਰ ਸਕਣ। ਸੋ ਵਾਟ ਡੂ ਯੂ ਥਿੰਕ ਕਿ ਕਾਲਜਿਸ ਨੂੰ ਥੋੜਾ ਜਿਹਾ ਕਿੱਦਾਂ ਇੰਪਰੂਵ ਕਰਨਾ ਚਾਹੀਦਾ ਕਿ ਬੱਚੇ ਸੇਲਸ ਰੈਡੀ ਹੋਣ, ਨੂੰ ਪਤਾ ਹੋਵੇ ਕਿ ਇਦਾਂ ਪ੍ਰੈਸ਼ਰ ਹੈਂਡਲ ਕਰਨਾ ਬਾਹਰ ਜਾ ਕੇ? ਹਾਂ, ਜਿਹੜੇ ਵੀ ਕਾਲਜਿਸ ਐਜੂਕੇਸ਼ਨ ਕਰ ਰਹੇ ਉਹਨਾਂ ਨੂੰ ਔਨ ਗਰਾਊਂਡ ਐਕਸਪੀਰੀਅੰਸ ਵੀ ਨਾਲ ਦੇਣਾ ਚਾਹੀਦਾ। ਹਰ ਇੱਕ ਸਮੈਸਟਰ ਨਾਲ, ਚਾਹੇ ਲਾਈਵ ਪ੍ਰੋਜੈਕਟ ਉਹਨਾਂ ਨੂੰ ਭੇਜੋ, ਕੰਮ ਕਰਨਗੇ ਤੇ ਨਾਲ ਕੀ ਉਹਨਾਂ ਨੂੰ ਇਹ ਚੀਜ਼ ਜਿਹੜੀ ਫੀਲ ਕਰਦੇ ਉਹ ਪ੍ਰੈਸ਼ਰ ਹੌਲੀ ਹੌਲੀ ਉਹਨਾਂ ਦੇ ਜ਼ਿਹਨ ਦੇ ਵਿੱਚ ਆ ਜਾਂਦਾ ਹੈ। ਲਾਸਟ ਕੁਐਸਚਨ ਮੇਰਾ ਰਹੇਗਾ ਕਿ ਇੱਕ ਗੁੱਡ ਸੇਲਸ ਪਰਸਨ ਦੀਆਂ ਤੁਹਾਨੂੰ ਕੀ ਲੱਗਦਾ ਕਿ ਕੀ ਕੁਆਲਿਟੀਜ਼ ਹੋਣੀ ਚਾਹੀਦੀਆਂ? ਹੁਣ ਮੈਂ ਆਪਣੀ ਆਡੀਅנס ਨੂੰ ਵੀ ਦੱਸਣਾ ਚਾਹੁੰਦੀ ਕਿ ਜਦੋਂ ਅਸੀਂ ਸੇਲਸ ਐਕਸਪਰਟ ਬਣ ਜਾਂਦੇ ਆ, ਅਸੀਂ ਆਪਣੇ ਖੁਦ ਦਾ ਬਿਜ਼ਨਸ ਜਿਹੜਾ ਉਹਦੇ ਐਕਸਪਰਟ ਵੀ ਬਣ ਜਾਂਦੇ ਆ, ਪਲੱਸ ਅਸੀਂ ਇੱਕ ਬੜਾ ਮੋਟੀਵੇਸ਼ਨਲ ਸੋਰਸ ਬਣ ਜਾਂਦੇ ਆਪਣੀ ਕੰਪਨੀ 'ਚ ਕਿ ਹਾਂਜੀ ਇਸ ਬੰਦੇ ਤੇ ਅਸੀਂ ਡਿਪੈਂਡ ਹੋ ਸਕਦੇ ਆ ਕਿ ਹੀ ਕੈਨ ਡੂ ਦ ਰਾਈਟ ਥਿੰਗ। ਸੋ ਸੇਲਸ ਆਲਵੇਜ਼ ਬ੍ਰਿੰਗ ਕਿ ਉਹ ਇਨਸੈਂਟਿਵ ਬੇਸਡ ਸੈਲਰੀ ਤੁਹਾਡੇ ਕੋਲ ਲੈ ਕੇ ਆਉਂਦਾ ਕਿ ਯੂ ਕੈਨ ਅਰਨ ਜਿੰਨਾ ਤੁਸੀਂ ਮਿਹਨਤ ਕਰੋ, ਜਿੰਨਾ ਗੁੜ ਪਾਓ ਉਨਾ ਮਿੱਠਾ ਵਾਲੀ ਗੱਲ ਹੋ ਗਈ। ਰਾਈਟ। ਸੋ ਵਾਟ ਡੂ ਯੂ ਥਿੰਕ ਕਿ ਇੱਕ ਅੱਛੇ ਸੇਲਸ ਪਰਸਨ ਦੀ ਨੂੰ ਆਪਣੇ 'ਚ ਕੀ ਕੁਆਲਿਟੀਜ਼ ਡਿਵੈਲਪ ਕਰਨੀ ਚਾਹੀਦੀ? ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦੇ ਥਰੂ ਸਮਝਾਉਣਾ। ਮੈਂ ਸੇਲਸਮੈਨ, ਮਤਲਬ ਮੈਂ ਵੀ ਸੇਲਸ ਰਿਪਰੈਜ਼ੈਂਟੇਟਿਵ ਲੱਗਾ, ਤੁਸੀਂ ਵੀ ਸੇਲਸ ਰਿਪਰੈਜ਼ੈਂਟੇਟਿਵ ਲੱਗਾ। ਤੁਸੀਂ ਲਕਸ ਸਾਬਨ ਵੇਚਦੇ ਹੋ, ਮੈਂ ਗਾਰਨੀਅਰ ਦੀ ਕਰੀਮਸ ਵੇਚ। ਮੈਂ ਆਪਣੇ ਬੀਟ ਤੇ ਕੰਮ ਕਰਾਂਗਾ, ਗਰਾਊਂਡ ਤੇ ਦੱਸਣਾ ਬਹੁਤ ਵੱਡਾ ਕੌਨਫੀਡੈਂਸ ਮਿਲੇਗਾ। ਮੈਂ ਆਪਣੀ ਬੀਟ ਤੇ ਗਿਆ, ਪਹਿਲੀ ਦੁਕਾਨ ਤੇ ਗਿਆ, ਮੈਂ ਆਪਣੇ ਗਾਰਨੀਅਰ ਦੇ ਕਰੀਮਸ ਦੇਖੀਆਂ ਉੱਥੇ। ਦੁਕਾਨਦਾਰ ਮੈਨੂੰ ਕੁਝ ਨਹੀਂ ਕਹਿ ਰਿਹਾ, ਠੀਕ ਹੈ ਜੀ। ਮੈਂ ਗਿਆ, ਮੈਂ ਉਹਨੂੰ ਪਿਛਲੀ ਵਾਰੀ 6 ਕਰੀਮਸ ਦਿੱਤੀਆਂ। ਮੈਂ ਆਪਣਾ ਜਿੱਥੇ ਪਈਆਂ ਉਹਨਾਂ ਨੂੰ ਸਾਫ਼ ਕਰਦਾ ਪਿਆ, ਸਾਫ਼ ਕਰਕੇ ਰੱਖਦਾ ਪਿਆ। ਮੈਂ ਐਕਚੁਅਲੀ ਕੰਮ ਕੀਤੇ ਹੈ ਨਾ, ਸਾਫ਼ ਕਰਕੇ ਰੱਖਿਆ। ਮੈਂ ਉਹਨੂੰ ਕਹਾਂ 2 ਪੀਸ ਰਹਿ ਗਏ ਨੇ, 4 ਪੀਸ ਤੁਹਾਡੇ ਵਿਕ ਗਏ, ਮੈਂ 6 ਪੀਸ ਤੁਹਾਨੂੰ ਹੋਰ ਦੇ ਦੇ। ਤੇ ਉਹਦਾ ਆਨਸਰ ਕੀ ਹੈ? ਦੇ ਦੇ, ਯੈਸ ਹੈ। ਮੇਰੇ ਲਈ ਸੇਲ ਜਨਰੇਟ ਹੋ ਗਈ। ਦੂਸਰਾ ਬੰਦਾ ਜਿਹੜਾ ਜਾ ਰਿਹਾ ਸੇਲਸਮੈਨ, ਉਹ ਕਹਿੰਦਾ ਹਾਂਜੀ ਭਾਜੀ ਨਮਸਤੇ ਜੀ, ਗਾਰਨੀਅਰ ਦੀ ਕਰੀਮ ਭੇਜਣੀ ਹੈ ਕੋਈ? ਉਹਨਾਂ ਪਈ ਹੈ। ਪ੍ਰੈਕਟੀਕਲ ਦੇ ਜਿਹੜਾ ਸਾਨੂੰ ਇਹ ਸਿਖਾਇਆ ਗਿਆ, ਛੋਟੀ ਜਿਹੀ ਚੀਜ਼ ਚਾਹੀਦੀ ਤੇ ਮੇਰੇ ਰਿਟੇਲਰ ਦੀ ਨਿਗਾਹ 'ਚ ਮੇਰੀ ਇੱਜ਼ਤ ਬਣ ਗਈ। ਹੌਲੀ ਹੌਲੀ ਸਾਡੀ ਹੈਬਿਟ ਦੇ ਸਿਰ ਤੇ ਬਿਜ਼ਨਸ ਹੁੰਦਾ ਹੈ। ਕੰਪਨੀ ਵੀ ਨਹੀਂ ਮੈਟਰ ਕਰਦੀ, ਜਦੋਂ ਤੁਸੀਂ ਆਪ ਹੀ ਇੰਨੇ ਅੱਛੇ ਇੰਨੀ ਵਧੀਆ ਤਰ੍ਹਾਂ ਅਟੈਂਡ ਕਰੋਗੇ ਤੇ ਉਹ ਥੋੜਾ ਥੱਲੇ ਵਾਲਾ ਵੀ ਲੈ ਲੇਗਾ ਕਿ ਹਾਂ ਇਹਨੂੰ ਮੈਂ ਹੈਲਪ ਉਹ ਕਹਿ ਰਿਹਾ ਕੰਪਨੀ ਦਾ ਡਾਇਰੈਕਟ ਮੈਨੇਜਰ, ਇਸ ਟੈਰੀਟਰੀ ਮੈਨੇਜਰ ਆ ਕੇ ਆਪਣੇ ਪ੍ਰੋਡਕਟ ਨੂੰ ਸਾਫ਼ ਕਰਦਾ ਹੈ, ਉਹਨੂੰ ਉਹਦੇ ਨਾਲ ਲਗਾਵ ਹੈ। ਅਗਰ ਇਹਨੂੰ ਲਗਾਵ ਹੈ ਤੇ ਮੇਰੇ ਬਿਜ਼ਨਸ ਦਾ ਵੀ ਲਗਾਵ ਹੋਏ। ਤਾਂ ਇਹ ਛੋਟੀਆਂ ਚੀਜ਼ਾਂ ਜਿਹੜੀਆਂ ਬੜੀਆਂ ਮਾਇਨੇ ਰੱਖਦੀਆਂ ਔਰ ਹੌਲੀ ਹੌਲੀ ਹੁੰਦਾ ਕਿ ਤੁਹਾਡੀ ਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ। ਸ਼ਾਰਟਕਟ ਨਹੀਂ ਖੇਲੋ, ਜੋ ਤੁਹਾਨੂੰ ਕਿਹਾ ਜਾਂਦਾ ਉਹਨੂੰ ਤੁਸੀਂ ਫੋਲੋ ਕਰੋ। ਅਗਰ ਤੁਸੀਂ ਫੋਲੋ ਕਰੋਗੇ ਤੁਹਾਨੂੰ ਦਿੱਕਤ ਵੀ ਆਏਗੀ। ਜੋ ਦਿੱਕਤ ਆਏਗੀ ਸ਼ਾਮ ਨੂੰ ਆਪਾਂ ਨੋਟ ਕਰੀਏ ਔਰ ਜਾ ਕੇ ਮੈਨੇਜਰ ਦੇ ਨਾਲ ਡਿਸਕਸ ਕਰੀਏ, ਉਹਦਾ ਹੱਲ ਨਿਕਲ ਕੇ ਆ ਜਾਏ। ਤੁਹਾਡਾ ਸਭ ਤੋਂ ਖੂਬਸੂਰਤ ਪਲ ਕਿਹੜਾ ਰਿਹਾ ਸੇਲਸ ਵਿੱਚ, ਜੇ ਅਸੀਂ ਪ੍ਰੋਫੈਸ਼ਨਲੀ ਗੱਲ ਕਰੀਏ ਕਿ ਜਿਹੜਾ ਤੁਹਾਡਾ ਬੜਾ ਅੱਛਾ ਪਲ ਰਿਹਾ ਹੋਵੇ ਕਿ ਇਸ ਟਾਈਮ ਮੈਨੂੰ ਬੜਾ ਲੱਗਾ ਕਿ ਮੈਂ ਕੁਝ ਅਚੀਵ ਕੀਤਾ? ਨਹੀਂ, ਮੈਂ ਕਹਿੰਦਾ ਮੈਂ ਸੇਲਸ ਤੋਂ ਬਾਅਦ ਜੋ ਮੈਂ ਸਿੱਖਿਆ ਉਹਦੇ ਚੋਂ ਸਭ ਤੋਂ ਖੂਬਸੂਰਤ ਪਲ ਤਾਂ ਮੇਰੇ ਐਂਟਰਪ੍ਰੀਨਰ ਜਰਨੀ ਦੇ ਵਿੱਚ, ਮੈਂ ਬਿਜ਼ਨਸ ਜਿਹੜਾ ਰਨ ਕਰਦਾ ਮੈਂ ਅੱਜ ਦੀ ਡੇਟ ਦੇ ਜੋ ਮੈਂ ਸਿੱਖਿਆ, ਜੋ ਮੈਂ ਮਿਹਨਤ ਲਾਈ, ਜੋ ਮੇਰੀ ਹੈਬਿਟਸ ਬਣ ਗਈਆਂ ਨੇ, ਉਸ ਦਾ ਫਰੂਟ ਐਕਚੁਅਲ ਚ ਮੈਂ ਹੁਣ ਇੰਜੋਏ ਕਰਦਾ। ਉਹ ਇਸ ਕਰਕੇ ਇੰਜੋਏ ਕਰ ਪਾ ਰਿਹਾ ਕਿਉਂਕਿ ਇੰਨੀ ਮਿਹਨਤ ਕੀਤੀ ਹੋਈ ਹੈ ਤੇ ਉਹ ਮਿਹਨਤ ਦੇ ਸਦਕਾ ਏਦਾਂ ਲੱਗਦਾ ਵੀ ਕੁਝ ਵੀ ਨਹੀਂ ਕਰ ਰਿਹਾ ਆਪਾਂ। ਰਿਜ਼ਲਟ ਸਾਨੂੰ ਉਹਦੇ ਵੰਡਰਫੁਲ ਮਿਲਦੇ ਪਏ। ਅੱਜ ਕੋਈ ਮੇਰੇ ਤੇ ਮੈਂਟਲ ਪ੍ਰੈਸ਼ਰ ਨਹੀਂ, ਕੰਮ ਕਰੀਦਾ ਔਰ 8 ਘੰਟੇ ਅਗਰ ਸਾਨੂੰ ਕਹਿੰਦਾ ਜਾਂਦਾ ਕੰਮ ਕਰਨ ਲਈ ਤੇ 8 ਘੰਟੇ ਆਪਾਂ ਡਿਵੋਟਿਡ ਹੋ ਕੇ ਕੰਮ ਹੀ ਕਰੀਏ, ਹੋਰ ਦਿਮਾਗ 'ਚ ਕੁਝ ਨਾ ਲੈ ਕੇ ਆਈ ਤੇ ਉਸ ਤੋਂ ਬਾਅਦ 8 ਘੰਟੇ ਦੀ ਆਪਾਂ ਨੂੰ ਨੀਂਦ ਵਧੀਆ ਆਏ। ਰਿਜ਼ਲਟਸ ਆਣੇ ਹੀ ਹੈ, ਦੇ ਆਰ ਬਾਉਂਡ ਟੂ ਕਮ, ਨੋਬਡੀ ਕੈਨ ਸਟਾਪ ਯੂ।
Okay sir, thank you so much and Same here. it was wonderful talking to you ਤੇ ਤੁਹਾਡੇ ਆਨਸਰ ਦੇ ਵਾਕਈ ਮੈਨੂੰ ਬੜਾ ਇਮੋਸ਼ਨਲ ਕਰਤਾ ਹੈ so it was very good thank ਔਰ you ਜਿੰਨੀ ਮਿਹਨਤ ਕਰ ਸਕਦੇ ਨਾ ਆਪਣੇ ਨਾਲ ਓਨੈਸਟਲੀ ਕੰਮ ਕਰਕੇ ਦੇਖੀ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਹਾਂ so any message for the audience ਆਡੀਅנס ਨੂੰ ਇਹੀ ਹੈ ਬੀ ਓਨੈਸਟ ਟੂ ਯੋਰਸੈਲਫ ਅਸੀਂ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦੇ ਪਲਾਨ ਕਰੀਏ ਚੀਜ਼ ਔਰ ਸੇਲਸ ਦੇ ਕਰੀਏ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਨੰਬਰ ਡਰਿਵਨ ਜਿਹੜੀ ਸੇਲ ਹੈ ਨਾ ਉਹ ਤੁਹਾਨੂੰ ਜਲਦੀ ਹੈਲਪ ਕਰੇਗੀ ਗਰੋ ਕਰਨ ਜਿਹਨੂੰ ਕਹਿੰਦੇ ਨੇਰੇ ਤੀਰ ਮਾਰਨ ਵਾਲੀ ਗੱਲ ਜਦੋਂ ਆਪਾਂ ਡੇਟਾ ਲੈ ਕੇ ਕਿੱਥੇ ਹੈ ਉਹ ਪਤਾ ਜਾਵਾਂਗੇ ਜਿੰਨੀਆਂ ਕੰਪਨੀ ਕੰਮ ਕੀਤਾ ਸਾਡੇ ਕੋਲ ਡੇਟਾ ਹੁੰਦਾ ਸਾਡੇ ਟਾਈਮ ਤੇ ਮੈਨੂਅਲੀ ਭਰਿਆ ਜਾਂਦਾ ਸੀ ਅੱਖਾਂ ਰਾਈ ਨਹੀਂ ਸਾਨੂੰ ਸਟਾਕ ਚੈੱਕ ਕਰਦੇ ਹਾਂ ਯਾਰ ਲਿਪਸਟਿਕ ਦੇ ਸ਼ੇਡ ਕਿਹੜਾ ਸ਼ੇਡ ਕਿੰਨਾ ਪਿਆ ਕਿਹੜਾ ਸ਼ੇਡ ਕਿੰਨਾ ਪਿਆ ਕਿਹੜਾ ਖਤਮ ਹੋ ਗਿਆ ਦੁਕਾਨਦਾਰ ਨੂੰ ਕਹਿਣਾ ਇੱਧਰ ਉਧਰ ਨਹੀਂ ਪਿਆ ਅਗਰ ਪਿਆ ਤਾਂ ਸਹੀ ਜਗ੍ਹਾ ਤੇ ਭਜਾਈਏ ਦਬਾ ਕੇ ਮਿਹਨਤ ਕਰੀਏ ਛੋਟੀ ਏਜ ਵਿੱਚ ਆਪਾਂ ਜਿਹਦਾ ਮਤਲਬ ਹਰੇਕ ਬੰਦਾ ਕਰੀਅਰ 22-23 ਸਾਲ ਤੋਂ ਸ਼ੁਰੂ ਕਰ ਲੈਂਦਾ 40 ਸਾਲ ਤੱਕ ਤਾਂ ਮੇਰੇ ਹਿਸਾਬ ਨਾਲ ਬੰਦੇ ਨੂੰ ਫ੍ਰੀ ਹੋ ਜਾਣਾ ਚਾਹੀਦਾ ਵੀ ਕੰਮ ਕਰਕੇ ਉਸ ਤੋਂ ਬਾਅਦ ਆਪਾਂ ਵਧੀਆ ਜ਼ਿੰਦਗੀ ਇੰਜੋਏ ਕਰੀਏ ਜੋ ਵੀ ਆਪਾਂ ਅਰਨ ਕਰਦੇ ਆ ਉਸ ਨੂੰ ਰਾਈਟ ਜਗ੍ਹਾ ਤੇ ਆਪਾਂ ਇਨਵੈਸਟ ਵੀ ਕਰੀਏ ਜਿਹੜਾ ਮੈਂ ਸਿੱਖਿਆ ਜਿਹੜਾ ਕਿ ਮੈਂ ਮਿਸ ਕਰਤਾ ਜੀ ਮੈਂ ਪੈਸੇ ਖਰਾਬ ਕਰਦਾ ਰਿਹਾ ਠੀਕ ਹੈ ਜੀ ਪੈਸੇ ਜਦੋਂ ਆਪਾਂ ਜੋੜ ਕੇ ਰੱਖਾਂਗੇ ਸਹੀ ਜਗ੍ਹਾ ਇਨਵੈਸਟ ਕਰਾਂਗੇ ਉਹ ਤੁਹਾਡੀ ਇਨਕਮ ਨੂੰ ਸਪਲੀਮੈਂਟ ਕਰਨਗੇ ਜਿਹਦੇ ਤੇ ਤੁਹਾਡਾ ਇਕਨੋਮਿਕ ਪ੍ਰੈਸ਼ਰ ਨਹੀਂ ਆਉਂਦਾ ਜਿਹੜੇ ਮੈਂ ਤੁਹਾਨੂੰ ਗੱਲ ਕੀਤੀ ਨਾ ਕਿ ਜਿਹੜੇ ਫਾਸਟ ਰਾਈਜ਼ ਕਰਦੇ ਨਾ ਇਕਨੋਮਿਕ ਪ੍ਰੈਸ਼ਰ ਆਣਾ ਹੀ ਆਣਾ ਹੈ ਬਿਕਾਜ਼ ਟਾਈਮ ਜਿਹੜਾ ਉਹ ਚੇਂਜ ਹੋ ਜਾਂਦਾ ਹੈ ਬਾਕੀ ਇਟਸ ਟੋਟਲੀ ਫਾਈਨ ਕਿ ਜੇ ਅਸੀਂ ਆਪਣੀ ਇੱਕ ਏਜ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਉਹ ਵੀ ਮੈਂ ਆਪਣੀ ਆਡੀਅנס ਨੂੰ ਵੀ ਦੱਸਣਾ ਚਾਹਨੀ ਕਿ ਇਟਸ ਅ ਬਿਊਟੀਫੁਲ ਕੰਬੀਨੇਸ਼ਨ ਇਹ ਮਿਹਨਤ ਦਾ ਕੋਈ ਤੋੜ ਹੀ ਨਹੀਂ ਹੈ ਤੁਸੀਂ ਸਮਾਰਟ ਵਰਕ ਕਰ ਲਓ ਬਟ ਸਮਾਰਟ ਹਾਰਡ ਵਰਕ ਕਰੋ ਉਹ ਬੰਦਾ ਹਮੇਸ਼ਾ ਅੱਗੇ ਲੰਘ ਹੀ ਜਾਏ ਪੈਸ਼ਨੇਟ ਹੋ ਕੇ ਜਿਹੜਾ ਤੁਹਾਡਾ ਮਨ ਅੰਦਰੋਂ ਆਵਾਜ਼ ਨਹੀਂ ਆ ਰਹੀ ਕੰਮ ਕਰਨ ਦੀ ਉੱਥੇ ਰਿਜ਼ਲਟ ਵਧੀਆ ਨਹੀਂ ਆਣੇ ਓਕੇ ਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸੋ ਇਹ ਸੀ ਸਾਡੇ ਨਾਲ ਪ੍ਰਦੀਪ ਸ਼ਰਮਾ ਜੀ ਐਂਡ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਐਪੀਸੋਡ ਬਹੁਤ ਵਧੀਆ ਲੱਗਾ ਹੋਵੇਗਾ ਤੇ ਮੈਨੂੰ ਵੀ ਲੱਗਦਾ ਕਿ ਇਟਸ ਵਨ ਆਫ ਦ ਮੋਸਟ ਵੰਡਰਫੁਲ ਐਪੀਸੋਡ ਜਿਹੜਾ ਅਸੀਂ ਸ਼ੂਟ ਕੀਤਾ ਹੈ ਤੇ ਸੋ origignal ਸੋ ਨਾਈਸ ਤੇ ਯੂ ਕੈਨ ਆਲਵੇਜ਼ ਬੀ ਇਨ ਟੱਚ ਵਿਦ ਹਿਮ ਆਲਸੋ ਅਸੀਂ ਇਹਨਾਂ ਦੀ ਈਮੇਲ ਆਈਡੀ ਮੈਂਸ਼ਨ ਕਰਾਂਗੇ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਮਨਦੀਪ ਕੌਰ ਸਿੱਧੂ ਸ਼ੋ